ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਬਦ ਵੀ ਆ, ਕਾਹੂ ਬਿਹਾਵੈ ਦਿਨ ਰਾਤ ਚਾਲਤ, ਕਾਹੂ ਬਿਹਾਵੈ ਹਰ ਗੁਣ ਗਾਵਤ। ਉਹ ਸਾਰਾ ਸ਼ਬਦ ਪੂਰਾ ਇਸੇ ਵਿਸ਼ੇ 'ਤੇ ਆ ਵੀ ਕਿਸੇ ਬੰਦੇ ਦੀ ਜ਼ਿੰਦਗੀ ਕਿੱਦਾਂ ਬਤੀਤ ਹੋਈ ਜਾਂਦੀ, ਕਿਸੇ ਦੀ ਸਾਰੀ ਜ਼ਿੰਦਗੀ ਕਿੱਦਾਂ ਬਤੀਤ ਹੋਈ ਜਾਂਦੀ ਆ। ਇਹ ਵਾਹਿਗੁਰੂ ਜੀ ਨੇ ਸਾਡੀਆਂ ਡਿਊਟੀਆਂ ਲਾਈਆਂ ਹੁੰਦੀਆਂ। ਰਹੋ ਵਿਚਾਰ। ਸਾਧ ਸੰਗਤ ਜੀ, ਆਪ ਸੰਗਤਾਂ ਚਾਹ ਪਾਣੀ ਦੇ ਲੰਗਰ ਛਕਣੇ ਹਨ ਜੋ ਵੀ, ਅਤੇ ਨਾਲ ਦੀ ਨਾਲ ਜੋ ਮਹਾਰਾਜ ਨੇ ਮੇਰੀ ਸੇਵਾ ਲਾਈ ਆ, ਮੈਂ ਕੁਝ ਸਮਾਂ ਕਥਾ ਦੀ ਸੇਵਾ ਕਰ ਲਵਾਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੱਥ ਦੇ ਕੇ ਕਈ ਵਾਰੀ ਅਨੇਕਾਂ ਹੀ ਮੁਸੀਬਤਾਂ ਆ ਜਾਂਦੀਆਂ ਨੇ। ਛਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਤ ਪਾਵੇ। ਵਾਹਿਗੁਰੂ ਜੀ ਆਪ ਕਈ ਵਾਰੀ ਕਿਰਪਾ ਕਰਦੇ ਆ। ਮੇਰੀ ਜ਼ਿੰਦਗੀ 'ਚ ਵੀ ਇਹੋ ਜਿਹੀਆਂ ਕਈ ਘਟਨਾਵਾਂ ਹੋਈਆਂ ਨੇ, ਤੁਹਾਡੇ ਨਾਲ ਵੀ ਇਸ ਤਰ੍ਹਾਂ ਦੇ ਕਈ ਸਮੇਂ ਆਏ ਹੋਣਗੇ। ਅਜੇ ਕੱਲ੍ਹ ਦੀ ਗੱਲ ਹੈ, ਅਸੀਂ ਕਿਧਰੇ ਵਿਆਹ ਸ਼ਾਦੀ 'ਚ ਜਾ ਰਹੇ ਸਾਂ ਇੱਥੋਂ, ਜਦੋਂ ਮੈਂ ਸ਼ੇਖ ਚੱਕ ਤੋਂ ਜਾ ਰਿਹਾ ਸਾਂ ਦੁਰੰਗਾਬਾਦ ਨੂੰ, ਅਤੇ ਰੈਸ਼ੀਆਣੇ ਦੇ ਲਾਗੇ, ਅਤੇ ਗੱਡੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਸਾਰੇ ਲੋਕ ਬਹੁਤ ਭਜਾਉਂਦੇ ਆ। ਇੱਕ ਬੰਦੇ ਨੇ ਇੱਕਦਮ ਲਿਆ ਕੇ ਮੇਰੀ ਗੱਡੀ 'ਚੋਂ ਗੱਡੀ ਮਾਰੀ ਅਤੇ ਸਿੱਧੀ ਸਾਡੀ ਟੱਕਰ ਹੋਈ। ਉਹ ਸ਼ੀਸ਼ੇ ਆਦਿਕ ਸਾਰੇ ਟੁੱਟ ਗਏ, ਸਾਡੀ ਸਾਰੀ ਗੱਡੀ 'ਚ ਕੱਚ ਹੀ ਕੱਚ। ਪਰ ਮੈਂ ਹੈਰਾਨ ਆ ਵੀ ਗੱਡੀ ਦੇ ਡੈਸ਼ਬੋਰਡ 'ਚ ਵੀ ਉਹ ਜਿਹੜੀਆਂ ਚਿੰਚਰਾਂ ਦੀਆਂ ਕੱਚ ਦੀਆਂ ਖੁੱਭੀਆਂ ਹੋਈਆਂ, ਪਰ ਵਾਹਿਗੁਰੂ ਜੀ ਨੇ ਮੇਰੇ ਸਰੀਰ ਨੂੰ ਇੱਕ ਵੀ ਉਹ ਜਿਹੜੀ ਕੱਚ ਦੀ ਚਿੰਚਰ ਨਹੀਂ ਲੱਗਣ ਦਿੱਤੀ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ। ਇੱਥੋਂ ਤੱਕ ਵੀ ਜਿਹੜੀ ਮੈਂ ਜੈਕਟ ਪਾਈ ਇਹਦੇ ਵਿੱਚ ਵੀ ਕੱਚ ਗਿਆ। ਇਹਨੂੰ ਖੋਲ੍ਹ ਕੇ ਜਦੋਂ ਮੈਂ ਝਾੜਿਆ, ਵਿੱਚੋਂ ਕੱਚ ਦੇ ਟੁਕੜੇ ਡਿੱਗੇ, ਪਰ ਕੋਈ ਚਿਹਰੇ 'ਤੇ ਕਿਤੇ ਵੀ ਕੋਈ ਨਹੀਂ, ਹੈ ਨਾ। ਅਤੇ ਜੇ ਮੰਨ ਲਓ ਥੋੜ੍ਹਾ ਜਿਹਾ ਹੋ ਜੇ, ਉਹ ਤਾਂ ਵਾਹਿਗੁਰੂ ਦੇ ਰੰਗ ਆ, ਅਤੇ ਆਪਾਂ ਹੁਣ ਨੂੰ ਹਸਪਤਾਲ 'ਚ ਪਏ ਹੋਣਾ ਸੀ। ਤਾਂ ਕਹਿਣ ਦਾ ਭਾਵ ਵਾਹਿਗੁਰੂ ਜੀ ਆਪ ਜਦੋਂ ਸਾਡੀ ਰੱਖਿਆ ਕਰਦੇ ਆ, ਅਤੇ ਸਾਡੇ ਵੀ ਤਾਂ ਕੁਝ ਫਰਜ਼ ਬਣ ਜਾਂਦੇ ਆ ਨਾ ਵੀ ਆਪਾਂ ਵੀ ਫਿਰ ਆਪਣੀਆਂ ਸੇਵਾਵਾਂ ਨਿਭਾਈ ਜਾਈਏ। ਰਹੋ ਵਿਚਾਰ। ਅਸੀਂ ਸਾਧ ਸੰਗਤ ਜੀ ਕੱਲ੍ਹ ਵਿਚਾਰ ਰਹੇ ਸਾਂ ਸਾਹਿਬਜ਼ਾਦਿਆਂ ਦੀ ਕਥਾ। ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ 'ਚ ਰੱਖਿਆ ਗਿਆ, ਉਹਨਾਂ ਨੂੰ ਖਾਣ ਪੀਣ ਵਾਸਤੇ ਕੁਝ ਨਾ ਦਿੱਤਾ ਗਿਆ, ਭੁੱਖਣ ਭਾਣੇ ਰਹੇ ਹਨ। ਫਿਰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਗਹਿਣੇ ਜਿਹੜੇ ਸਨ ਘਰ ਵਾਲੀ ਦੇ, ਉਹ ਸਿਪਾਹੀਆਂ ਨੂੰ ਰਿਸ਼ਵਤ ਵਜੋਂ ਦੇ ਕੇ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੰਦੇ ਰਹੇ, ਉਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ, ਤੁਸੀਂ ਆਪਣੇ ਧਰਮ ਨੂੰ ਛੱਡ ਦਿਓ। ਸਾਹਿਬਜ਼ਾਦੇ ਕਹਿਣ ਲੱਗੇ ਇਹ ਕਦੇ ਵੀ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਸਾਹਿਬਜ਼ਾਦਿਆਂ ਨੂੰ ਨਾ ਕਚਹਿਰੀ ਦੇ ਵਿੱਚੋਂ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ, ਅਤੇ ਗੱਲ ਦੂਜੇ ਦਿਨ 'ਤੇ ਪੈ ਗਈ। ਮਾਹੀ ਕਹਿੰਦਾ ਹੈ, ਸੁਣ ਕੇ ਸੂਬੇ ਹੁਕਮ ਸੁਣਾਇਆ, ਅੱਜ ਵਾਪਸ ਲੈ ਜਾਓ, ਕੱਲ੍ਹ ਲਿਆਓ, ਜੋ ਹੋਵੇਗੀ ਕਰ ਗੁਜ਼ਰਾਂਗੇ, ਅੱਜ ਦਾ ਦਿਨ ਲੰਘਾਓ ਅਤੇ ਸਮਝਾਓ। ਫੇਰ ਦੋਹਾਂ ਨੂੰ ਆਖਿਆ ਸੂਬੇ ਕਾਕਾ, ਸੋਚ ਦੌੜਾਓ, ਜਾਨ ਬਚਾਓ, ਤੀਰ ਸੋਚ ਕੇ ਉੱਤਰ ਦੇਣਾ, ਕੱਲ੍ਹ ਜਦੋਂ ਮੁੜ ਆਓ, ਦੁੱਖ ਨਾ ਪਾਓ। ਫਿਰ ਬੁਰਜ ਦੇ ਵਿੱਚ ਦਾਦੀ ਮਾਂ ਦੇ ਕੋਲ ਸਾਹਿਬਜ਼ਾਦੇ ਪਹੁੰਚ ਗਏ। ਲੈ ਦੋਹਾਂ ਨੂੰ ਟੁਰੇ ਸਿਪਾਹੀ, ਡਰ ਦੇਂਦੇ ਧਮਕਾਉਂਦੇ, ਰੋਬ ਵਿਖਾਉਂਦੇ, ਆਖਣ ਕਾਕਾ ਸੂਬੇ ਦੀ ਗੱਲ ਮੰਨ, ਕਿਉਂ ਨਹੀਂ ਜਾਂਦੇ, ਜਾਨ ਬਚਾਉਂਦੇ। ਸਾਹਿਬਜ਼ਾਦੇ ਜਦ ਕੁਝ ਬੋਲਣ, ਜਾਨ ਪੁਲਸੀਏ ਖਾਂਦੇ, ਕੂਰੀ ਜਾਂਦੇ, ਤੀਰ ਲਾਡਲੇ ਕਲਗੀਧਰ ਦੇ, ਗੀਤ ਗੁਰੂ ਦੇ ਗਾਉਂਦੇ, ਆਉਂਦੇ ਜਾਂਦੇ। ਰਾਹ ਜਾਂਦੇ ਜਦੋਂ ਸਾਹਿਬਜ਼ਾਦੇ ਜਾ ਰਹੇ ਆ ਵਾਪਸ, ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਜਾ ਰਹੇ ਹਨ। ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਜਾ ਰਹੇ ਹਨ ਸਾਹਿਬਜ਼ਾਦੇ। ਇਹ ਕੜਾਹ ਪ੍ਰਸਾਦ ਗੁਰਮੁਖੋ ਚਾਹੇ ਦੇ ਦਿਓ ਫਿਰ, ਜਿੱਦਾਂ ਸੰਗਤ ਜਾ ਰਹੀ ਆ। ਸਾਹਿਬਜ਼ਾਦੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਜਾਂਦੇ। ਜੋਰਾਵਰ ਨੂੰ ਕਹੇ ਫਤਿਹ ਸਿੰਘ, ਸੁਣ ਵੀਰਾ ਗੱਲ ਮੇਰੀ, ਇਹ ਪੰਜ ਸੇਰੀ, ਕਲਗੀਧਰ ਜੀ ਗੁੱਸੇ ਹੋਸਣ, ਜੇ ਤੂੰ ਅਥਰੂ ਕੇਰੀ, ਢਾਹ ਕੇ ਢੇਰੀ।
ਵਾਂਗ ਹਿਮਾਲਾ ਧੀਰਜ ਰੱਖੀ, ਝੁੱਲੇ ਜ਼ੁਲਮ ਹਨੇਰੀ ਜੇ ਸੌ ਵੇਰੀ। ਤੀਰ ਧਰਮ ਦੀ ਖਾਤਰ ਸਾਨੂੰ, ਜੀਣੋ ਮੌਤ ਭੁਲੇਰੀ ਹੈ ਬਿਨ ਦੇਰੀ। ਫਿਰ ਦਾਦੀ ਤੇ ਪੋਤਿਆਂ ਦਾ ਮਿਲਾਪ ਹੋਇਆ। ਹੇਠ ਬੁਰਜ ਦੇ ਆ ਕੇ ਬੋਲੇ, ਪਹਿਰੇਦਾਰ ਕਸਾਈ ਆ ਲੈ ਮਾਈ। ਤੇਰੇ ਕੋਲ ਅਮਾਨਤ ਤੇਰੀ, ਜਿਉਂਦੀ ਤਿਉਂ ਪਹੁੰਚਾਈ ਅੱਜ ਤਾਂ ਭਾਈ। ਕੱਲ ਪਤਾ ਨਹੀਂ ਤੈਨੂੰ ਇਹ ਨਾ ਦੇਣੀ, ਪਰਤ ਵਿਖਾਈ ਪਤਾ ਨੀ ਰਾਈ। ਤੀਰ ਵੇਖ ਕੇ ਪੋਤੇ ਆ ਗਏ, ਦਾਦੀ ਦੀ ਜਿੰਦ ਆਈ ਰੱਬ ਪਰਤਾਈ। ਦਾਦੀ ਨੇ ਪੋਤਿਆਂ ਤੋਂ ਪੁੱਛਿਆ, ਦਾਦੀ ਨੇ ਮੂੰਹ ਚੋਂ ਦੋਹਾਂ ਦੇ ਆਖਿਆ, ਕੋਲ ਬਿਠਾ ਕੇ ਛਾਤੀ ਲਾ ਕੇ। ਲਾਲ ਜੀਓ ਅੱਜ ਕੀ ਕੀਤਾ ਜੇ, ਵਿੱਚ ਕਚਹਿਰੀ ਜਾ ਕੇ ਪੱਕ ਪਕਾ ਕੇ। ਕੀ ਕਹਿੰਦੇ ਸਨ ਜ਼ਾਲਮ ਪਾਪੀ, ਅੱਖਾਂ ਲਾਲ ਵਿਖਾ ਕੇ ਅਤੇ ਡਰਾ ਕੇ। ਤੀਰ ਹਕੀਕਤ ਦੱਸੋ ਸਾਰੀ ਗੱਲ, ਰਤਾ ਸਮਝਾ ਕੇ ਜੱਫੀ ਪਾ ਕੇ। ਇਸ ਤਰ੍ਹਾਂ ਮਾਤਾ ਗੁਜਰੀ ਜੀ ਪੁੱਛ ਰਹੇ ਹਨ ਤੇ ਪੋਤਿਆਂ ਨੇ ਫਿਰ ਦਾਦੀ ਨੂੰ ਦੱਸਿਆ। ਪਾਗਲ ਵਕੜੀ ਦਾਦੀ ਤਾਈ, ਬਾਲ ਪੋਤਰੇ ਬੋਲੇ ਆਲੇ ਪੋਲੇ। ਦਾਦੀ ਜੀ ਉਹ ਕਹਿੰਦੇ ਹੈ ਸਨ, ਸੜ ਸੜ ਹੋ ਕੇ ਕੋਲੇ ਅੱਗ ਬਗੋਲੇ। ਮੁਸਲਮਾਨ ਬਣੋ ਛੱਡ ਸਿੱਖੀ, ਧਨ ਲਵੋ ਅਣਤੋਲੇ ਬਣ ਕੇ ਗੋਲੇ। ਤੀਰ ਤੀਆਂ ਦੇ ਦਿੰਦੇ ਹੈ ਸਨ, ਅਸਾਂ ਦੋਹਾਂ ਨੂੰ ਡੋਲੇ ਅਸੀਂ ਨਾ ਡੋਲੇ। ਫਿਰ ਅੰਮੀ ਜੀ ਕੂਰ ਕੂਰ ਕੇ ਕਹਿੰਦੇ ਸੀ, ਹਥਿਆਰੇ ਰੱਬ ਦੇ ਮਾਰੇ। ਜੇ ਨਾ ਗੱਲ ਮੰਨੋਗੇ ਸਾਡੀ, ਕੱਲ ਜਾਵੋਗੇ ਮਾਰੇ ਵਿੱਚ ਬਜ਼ਾਰੇ। ਪਰ ਮਾਤਾ ਜੀ ਅਸੀਂ ਦੋਹਾਂ ਵੀ ਦਿੱਤੇ ਉੱਤਰ ਸਾਰੇ, ਖੂਬ ਕਰਾਰੇ। ਤੀਰ ਦੋਹਾਂ ਨੂੰ ਉਹ ਮੁੜ ਮੁੜ ਕੇ ਦਿੰਦੇ ਸੀ, ਲੱਖ ਲਾਰੇ ਬਣੇ ਸਵਾਰੇ। ਫਿਰ ਉਹ ਆਖਣ ਕਲਗੀਧਰ ਨੂੰ, ਫੌਜਾਂ ਮਾਰ ਮੁਕਾਇਆ ਬੜਾ ਡਰਾਇਆ। ਵੱਡਿਆਂ ਵੀਰਾਂ ਬਾਬਤ ਉਹਨਾਂ ਸਾਨੂੰ ਇਹੋ ਸੁਣਾਇਆ, ਵੀ ਮੁਕਾਇਆ। ਪਰ ਅੰਮੀ ਜੀ ਸਾਨੂੰ ਨਿਸ਼ਚਾ ਮੂਲ ਨਹੀਂ ਜੇ ਆਇਆ, ਸੱਚ ਅਲਾਇਆ। ਤੀਰ ਥੱਕ ਗਏ ਜਾਂ ਕਹਿ ਕੇ, ਅੰਤ ਮੋੜ ਭਿਜਵਾਇਆ ਕੱਲ ਤੇ ਪਾਇਆ। ਸਾਹ ਗੁਰਮੁਖੋਂ ਵਰਤਾ ਦਿਓ ਜਦੋਂ ਵਰਤਾਉਣੀ ਹੈ। ਤੇ ਦਾਦੀ ਨੇ ਸਾਹਿਬਜ਼ਾਦਿਆਂ ਨੂੰ ਅਸੀਸ ਦਿੱਤੀ। ਦਾਦੀ ਆਖੇ ਅੱਜ ਕੀਤੀ ਜੇ ਕਾਰ, ਸਿਦਕੀਆਂ ਵਾਲੀ ਹੋ ਅਕਾਲੀ। ਇਹਨਾਂ ਨੂੰ ਕਹਿੰਦੇ ਅਸਲ 'ਚ ਅਕਾਲੀ। ਅਕਾਲੀ ਸਿਰਫ ਕੋਈ ਅਸੀਂ ਨੀਲੀਆਂ ਪੱਗਾਂ ਬੰਨ੍ਹ ਕੇ ਤੇ ਚਿੱਟੇ ਸੂਟ ਪਾ ਕੇ ਤੇ ਉੱਤੋਂ ਦੀ ਕਿਰਪਾਨ ਪਾ ਕੇ ਨਹੀਂ ਬਣ ਜਾਂਦੇ। ਇਹ ਅਸਲ 'ਚ ਅਕਾਲੀ। ਅਕਾਲੀ ਦੇ ਬਾਰੇ ਬਕਾਇਦਾ ਇੱਕ ਕਵਿਤਾ ਪੂਰਾ ਵੀ, ਜਿਹੜਾ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦਾ, ਜਿਹੜਾ ਇੱਕ ਦੇ ਉੱਤੇ ਵਿਸ਼ਵਾਸ ਰੱਖਦਾ। ਜਾਂ ਅਕਾਲੀ ਕਿਹਾ ਗਿਆ ਜਿਹੜੇ ਚਮਕੌਰ ਸਾਹਿਬ ਦੀ ਗੱਡੀ 'ਚੋਂ ਨਿਕਲੇ ਸੀ ਨਾ ਜੰਗ ਕਰਨ ਵਾਸਤੇ, ਉਹਨਾਂ ਨੂੰ ਵੀ ਅਕਾਲੀ ਕਿਹਾ। ਹਕੀਮ ਅੱਲਾ ਯਾਰ ਖਾਂ ਜੋਗੀ ਰਹਿਮਾਨੀ ਨੇ ਦਾਦੀ, ਹਾਂਜੀ ਹਾਂ ਸਾਰਾ ਕਰ ਦਿਓ, ਚਾਹ ਵੀ ਵਰਤਾ ਦਿਓ। ਦਾਦੀ ਆਖੇ ਅੱਜ ਕੀਤੀ ਜੇ ਕਾਰ, ਸਿਦਕੀਆਂ ਵਾਲੀ ਹੋ ਅਕਾਲੀ। ਵਿੱਚ ਕਚਹਿਰੀ ਗੱਲ ਸਿਆਣੀ ਕੀਤੀ, ਖੂਬ ਨਿਰਾਲੀ ਉਮਰਾਂ ਬਾਲੀ। ਦੇਸ਼ ਵਾਸਤੇ ਬੇਟਾ ਜੀ ਅੱਜ ਦੋਨਾਂ ਅਣਖ ਵਿਖਾਲੀ, ਸਿੱਖੀ ਪਾਲੀ। ਤੀਰ ਕੱਲ ਵੀ ਧਰਮ ਨਿਭਾਣਾ, ਜੇ ਕੁਝ ਕਹਿਣ ਪਲਾਲੀ ਖੇਡਣ ਚਾਲੀ। ਠੰਡੇ ਬੁਰਜ ਵਿੱਚ ਦੂਜੀ ਰਾਤ ਕਿਵੇਂ ਬੀਤੀ, ਮਾਹੀ ਦੱਸਦਾ ਹੈ ਸਤਿਗੁਰੂ ਜੀ। ਦੂਸਰੀ ਰਾਤ ਠੰਡਾ ਬੁਰਜ ਕਹਿਰ ਦੀ ਸਰਦੀ, ਹੱਡਾਂ ਨੂੰ ਕੜਕਾਵੇ ਵਿੰਨਦੀ ਜਾਵੇ।
ਦਾਦੀ ਪੋਤਰਿਆਂ ਨੂੰ ਲੈ ਕੇ ਪਈ ਕਲੇਜੇ ਲਾਵੇ, ਨਿੱਘ ਪੁਚਾਵੇ। ਲੰਮੀ ਰਾਤ ਸਿਆਲੀ ਠੰਡੀ ਦੇਹੀਆਂ ਨੂੰ ਅਕੜਾਵੇ, ਜਾਨ ਕੰਬਾਵੇ। ਤੀਰ ਗੁਜਰੀ ਮਾਤਾ ਬੈਠੀ ਗੀਤ ਦੇਸ਼ ਦੇ ਗਾਵੇ, ਭਰ ਭਰ ਹਾਵੇ। ਇਹੋ ਜਿਹੀ ਠੰਡੀ ਰੁੱਤ ਆ, ਰਾਤ ਨੂੰ ਕਿਤੇ ਰਜਾਈ ਵਿੱਚ ਸਾਡਾ ਹੱਥ ਨੰਗਾ ਰਹਿ ਜਾਵੇ ਨਾ ਤੇ ਉਹ ਆਕੜਿਆ ਹੁੰਦਾ, ਠੰਡਾ ਹੋਇਆ ਹੁੰਦਾ, ਫਿਰ ਅਸੀਂ ਜਦੋਂ ਜਾਗ ਆਉਂਦੀ ਉਹਨੂੰ ਰਜਾਈ 'ਚ ਲੁਕਾਉਂਦੇ ਹਾਂ। ਪਰ ਉਹ ਧੰਨ ਮਾਤਾ ਗੁਜਰੀ ਜੀ ਨਾਲ ਨਿੱਕੇ ਬੱਚੇ ਤੇ ਉਹਨਾਂ ਦੇ ਕੋਲ ਤੇ ਉੱਤੇ ਲੈਣ ਵਾਸਤੇ ਕੋਈ ਕੱਪੜਾ ਵੀ ਨਹੀਂ ਹੈਗਾ। ਨੈਣ ਉਛਾਲੇ ਦਿਲ ਭਰ ਗਾਵੇ, ਹੇ ਭਾਰਤ ਦੁਖਿਆਰੇ ਕਰਮਾਂ ਮਾਰੇ। ਰੱਖ ਯਕੀਨ ਜਾਣਗੇ ਕੱਟੇ ਤੇਰੇ, ਸੰਗਲ ਸਾਰੇ ਭਾਰੇ ਭਾਰੇ। ਹੋਸੀ ਦੂਰ ਗੁਲਾਮੀ ਤੇਰੀ, ਰਹਿਣੇ ਨਾ ਹਥਿਆਰੇ ਜ਼ੁਲਮੀ ਕਾਰੇ। ਤੀਰ ਜਾਣਗੇ ਰੁੜ ਪੁੜ ਪਾਪੀ, ਜਦ ਮੈਂ ਪੋਤੇ ਵਾਰੇ ਅੱਖ ਦੇ ਤਾਰੇ। ਪੜ ਰਹਿ ਰਾਸ ਅੰਤ ਨੂੰ ਰਾਤੀ, ਦੋਵੇਂ ਲਾਲ ਲਿਟਾਏ ਜੀਤੋ ਜਾਏ। ਗੋਦੀ ਵਿੱਚ ਧਰ ਸੀਸ ਦੋਹਾਂ ਦੇ, ਸਦਕੇ ਵਾਰੇ ਜਾਏ ਲਾਡ ਲਡਾਏ। ਚਾਰੇ ਪਹਿਰ ਜਾਗ ਕੇ ਏਦਾਂ ਗੁਜਰੀ ਮਾਤ ਲੰਘਾਏ, ਬਾਣੀ ਗਾਏ। ਤੀਰ ਨਿਕਲਿਆ ਸੂਰਜ ਉਧਰੋਂ ਸੱਦਣ ਆਏ, ਉਹ ਹਲਕਾਏ। ਚਾਰ ਪਹਿਰ ਦਾ ਮਤਲਬ ਹੁੰਦਾ ਵਾ 12 ਘੰਟੇ, ਜਿਹੜਾ ਇੱਕ ਪਹਿਰ ਉਹ 3 ਘੰਟੇ ਦਾ ਹੁੰਦਾ। ਮਾਤਾ ਗੁਜਰੀ ਸਾਰੀ ਰਾਤ ਜਾਗਦੀ ਰਹੀ, ਪਰਮਾਤਮਾ ਦੇ ਗੁਰੂ ਦੇ ਸ਼ਬਦ ਗਾਉਂਦੀ ਰਹੀ ਬਾਣੀ ਦੇ, ਅਤੇ ਪੋਤਿਆਂ ਨੂੰ ਆਪਣੀ ਛਾਤੀ ਨਾਲ ਆਉਂਦੀ ਰਹੀ। ਉਹਨਾਂ ਨੂੰ ਆਪਣੇ ਸਰੀਰ ਦਾ ਮਾਤਾ ਗੁਜਰੀ ਜੀ ਨਿੱਘ ਦਿੰਦੇ ਰਹੇ, ਸਾਰੀ ਰਾਤ ਜਾਗਦੇ ਰਹੇ। ਫਿਰ ਅਗਲਾ ਦਿਨ ਹੋ ਗਿਆ ਅਤੇ ਸੂਰਜ ਚੜ੍ਹ ਪਿਆ ਅਤੇ ਸਿਪਾਹੀਆਂ ਨੇ ਆਖਿਆ, ਮਾਈ ਘੱਲ ਜਗਾ ਕੇ ਹੇਠਾਂ ਝੱਟ, ਆਪਣੇ ਪੋਤੇ ਅਸੀਂ ਖਲੋਤੇ। ਬੰਦੀਵਾਨਾਂ ਨੂੰ ਕੀ ਆਖਣ, ਏਡੇ ਲੰਮੇ ਸੋਤੇ ਪ੍ਰੇਮ ਪਰੋਤੇ। ਉਹਨਾਂ ਨੇ ਕਿਹਾ ਵੀ ਤੁਸੀਂ ਇੰਨੀਆਂ ਲੰਮੀਆਂ ਤਾਣ ਕੇ ਕਿੱਦਾਂ ਸੌਂ ਸਕਦੇ ਹੋ, ਜਿਹੜੇ ਕੈਦ 'ਚ ਹੋਣ ਉਹ ਕਿੱਥੇ ਸੌਂਦੇ ਆ। ਸੁਣਦੇ ਹੀ ਮਾਤਾ ਗੁਜਰੀ ਦੇ ਹੱਥੋਂ ਉੱਡ ਗਏ ਤੋਤੇ, ਖਾ ਗਈ ਗੋਤੇ। ਤੀਰ ਜਗਾਏ ਦੋਵੇਂ ਪੋਤੇ, ਹੰਝੂਆਂ ਹਾਰ ਪਰੋਤੇ ਤੇ ਮੂੰਹ ਧੋਤੇ। ਮਾਤਾ ਗੁਜਰੀ ਜੀ ਨੇ ਪੋਤਿਆਂ ਨੂੰ ਜਗਾ ਕੇ ਆਖਿਆ, ਜਾਓ ਲਾਲ ਅਕਾਲ ਹਵਾਲੇ, ਅੱਜ ਦਾਦੀ ਜੇ ਕਰਦੀ ਇਹ ਗੱਲ ਸਰਦੀ। ਬੱਚਿਓ ਫੇਰ ਚਲੇ ਹੋ ਉੱਥੇ, ਕੋਈ ਨਾ ਜਿੱਥੇ ਦਰਦੀ ਹੈ ਅਤ ਗਰਦੀ। ਇਹਨਾਂ ਆਖ ਦੋਹਾਂ ਦੀ ਝਾੜੀ, ਝੱਟ ਦਾਦੀ ਨੇ ਵਰਦੀ ਨੈਣੋਂ ਵਰਦੀ। ਇਹ ਵੇਖੋ ਕਵੀ ਦੀ ਕਿੱਡੀ ਕਲਪਨਾ, ਕੱਲਾ ਕੱਲਾ ਸ਼ਬਦ ਲਿਖਣ ਵਾਸਤੇ ਨਾ ਬਹੁਤ ਸੋਚਣਾ ਪੈਂਦਾ। ਮੈਂ ਆਪ ਜਦੋਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖਦਾ, ਪਤਾ ਨਹੀਂ ਕਿੰਨਾ ਦਿਮਾਗ ਦਾ ਜ਼ੋਰ ਲੱਗਦਾ, ਕਿੱਥੋਂ ਕਿੱਥੋਂ ਸ਼ਬਦ ਚੁਣ ਕੇ ਵਿੱਚ ਪਾਈਦੇ ਨੇ। ਅਤੇ ਵੇਖੋ ਕਵੀ ਜੀ ਕਹਿੰਦੇ ਆ, ਇੱਕ ਪਾਸੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਦੀ ਵਰਦੀ ਝਾੜੀ ਆਪਣੀ ਵਰਦੀ ਅੱਖ ਨਾਲ, ਇੱਕ ਪਾਸੇ ਵਰਦੀ ਅਤੇ ਇੱਕ ਪਾਸੇ ਵਰਦੀ ਅੱਖ, ਭਾਵ ਅੱਖਾਂ ਸਿੱਝ ਲਿਆ। ਇਹਨਾਂ ਆਖ ਦੋਹਾਂ ਦੀ ਝਾੜੀ, ਝੱਟ ਦਾਦੀ ਨੇ ਵਰਦੀ ਨੈਣੋਂ ਵਰਦੀ। ਤੀਰ ਦੋਹਾਂ ਨੂੰ ਏਦਾਂ ਕਹਿੰਦੀ, ਮਾਤਾ ਕਲਗੀ ਧਰਦੀ ਸੂਲਾਂ ਜਰਦੀ। ਵੇ ਜੋਰਾਵਰ ਵੇਖੀ ਬੇਟਾ, ਜਿੱਤੀ ਜੋਰਾਵਰ ਨੂੰ, ਚਿੱਤ ਰੱਖ ਹਰ ਨੂੰ। ਨੇੜੇ ਆਣ ਦਈ ਨਾ ਚੰਦਾ, ਲਾਲਚ ਮੋਹ ਤੇ ਡਰ ਨੂੰ, ਦੌਲਤ ਜ਼ਰ ਨੂੰ। ਤਰ ਕੇ ਦੱਸੀ ਵਾਂਗ ਤਾਰੂਆਂ, ਅੱਜ ਸਿਦਕ ਦੇ ਸਰ ਨੂੰ, ਪਰਤੀ ਘਰ ਨੂੰ। ਤੀਰ ਅੱਖੀਆਂ ਅੰਦਰ ਰੱਖੀ, ਤੂੰ ਹਰ ਥਾਵੇਂ ਹਰ ਨੂੰ, ਕਲਗੀ ਧਰ ਨੂੰ। ਫਤਿਹ ਕਰੀ ਤੂੰ ਫਤਿਹ ਜ਼ੁਲਮ ਦਾ, ਇਹ ਕਿਲਾ ਜਰਵਾਣਾ ਜ਼ੁਲਮੀ ਬਾਣਾ। ਬੇਟਾ ਤੇਰੀ ਇਸ ਫਤਿਹ ਨੇ, ਹਿੰਦ ਆਜ਼ਾਦ ਕਰਾਣਾ ਸੁਖੀ ਬਣਾਣਾ।
ਇਸ ਫਤਿਹ ਨੇ ਤਖਤ ਜ਼ੁਲਮ ਦਾ ਅੱਜ ਕੱਲ ਹੈ ਉਲਟਾਣਾ, ਦੇਸ਼ ਬਚਾਣਾ। ਤੀਰ ਫਤਿਹ ਤੇ ਜ਼ੋਰਾਵਰ ਨੇ, ਜ਼ੋਰ ਜਦੋਂ ਹੈ ਲਾਣਾ, ਵਰਤੂ ਭਾਣਾ। ਤੇ ਦਾਦੀ ਦੀ ਅੰਤਮ ਸਿੱਖਿਆ ਸੀ, ਬੇਟਾ ਦੇਸ਼ ਭਗਤ ਬਣ ਸੱਚੇ, ਮਰਨੋਂ ਮੂਲ ਨਾ ਡਰਨਾ, ਹੱਸ ਕੇ ਮਰਨਾ। ਤੇਗ ਬਹਾਦਰ ਦਾਦੇ ਵਾਂਗੂ, ਧਾਰ ਤੇਗ ਦੀ ਤਰਨਾ, ਰਤ ਵਿੱਚ ਠਰਨਾ। ਲਾਲਚ ਲੋਭ ਮਮਤਾ ਜਗ ਦੀ, ਦਿਲ ਤੇ ਕਦੇ ਨ ਧਰਨਾ, ਬਣੀਆਂ ਜਰਨਾ। ਤੀਰ ਸ਼ਹੀਦੀ ਬਹੁ ਅਨੋਖੀ, ਸੇਰੇ ਬੰਨ ਕੇ ਵਰਨਾ, ਮੂਲ ਨਾ ਡਰਨਾ। ਮਾਹੀ ਹਲਕਾਰਾ ਸ਼੍ਰੀ ਦਸ਼ਮੇਸ਼ ਜੀ ਨੂੰ ਕਹਿੰਦਾ ਹੈ, ਜਾਣੀ ਜਾਣ ਜਿਉ ਫਿਰ ਦੋਵੇਂ, ਵਿੱਚ ਕਚਹਿਰੀ ਆਏ, ਜੀਤੋ ਜਾਏ। ਦੋਹਾਂ ਨੇ ਪੁੱਜ ਕੇ ਜਕਾਰੇ, ਉੱਚੀ ਖੂਬ ਗਜਾਏ, ਨਾ ਘਬਰਾਏ। ਫਤਿਹ ਬੁਲਾਈ ਦੋਹਾਂ ਭਰਾਵਾਂ, ਡਰੇ ਨਾ ਮੂਲ ਡਰਾਏ, ਸਜੇ ਸਜਾਏ। ਤੀਰ ਕਚਹਿਰੀ ਦੇ ਦਲ ਅੰਦਰ, ਲਾਂਬੂ ਸਜਰੇ ਲਾਏ ਤੇ ਭੜਕਾਏ। ਫਿਰ ਅੱਗੇ ਹੋ ਖਾਨ ਵਜੀਦੇ, ਬਣ ਬਣ ਕੇ ਮਠਿਆਈ ਗੱਲ ਚਲਾਈ। ਕਾਕਾ ਦੱਸੋ ਜਾ ਕੇ ਰਾਤੀ, ਕੀ ਸਲਾਹ ਪਕਾਈ, ਸੋਚ ਦੁੜਾਈ। ਇੱਕ ਪਾਸੇ ਹੈ ਮੌਤ ਸਿਰਾਂ ਤੇ, ਦੂਜੀ ਵੱਲ ਵਡਿਆਈ ਤੇ ਉਚਤਾਈ। ਤੀਰ ਦੋਹਾਂ ਨੂੰ ਕਹਿੰਦੀ ਕੀ ਸੀ, ਰਾਤੀ ਬੁੱਢੜੀ ਮਾਈ ਕਾਬੂ ਆਈ। ਸਾਹਿਬਜ਼ਾਦਿਆਂ ਨੇ ਆਖਿਆ, ਦੋਵੇਂ ਲਾਡ ਲਡਿੱਕੇ ਬੋਲੇ, ਅਣਖੀ ਕਾਰੇ ਕਰਦੇ, ਰਤਾ ਨਾ ਡਰਦੇ। ਦੇਸ਼ ਧਰਮ ਦੀ ਇੱਜ਼ਤ ਖਾਤਰ, ਹੱਸਦੇ ਹੱਸਦੇ ਮਰਦੇ, ਸਭ ਦੁੱਖ ਜਰਦੇ। ਦੇਸ਼ ਭਗਤ ਹਾਂ ਅਸੀਂ ਸੂਬਿਆ ਪੁੱਤਰ, ਕਲਗੀ ਧਰਦੇ, ਤਾਰੂ ਸਰਦੇ। ਤੀਰ ਮੌਤ ਪਰਵਾਨ ਦੋਹਾਂ ਨੂੰ, ਧਰਮ ਨ ਐ ਪਰ ਹਰਦੇ, ਬਣ ਕੇ ਬਰਦੇ। ਸੂਬੇ ਨੇ ਕੀ ਕੀਤਾ? ਮਾਹੀ ਕਹਿੰਦਾ, ਖਾਨ ਵਜੀਦੇ ਨੇ ਫਿਰ ਗੁਰਜੀ ਪਲ ਵੀ ਮੂਲ ਨ ਲਾਇਆ, ਰੋਹ ਵਿੱਚ ਆਇਆ। ਨੇੜੇ ਸੱਦ ਮਲੇਰ ਕੋਟੀਏ ਨੂੰ, ਉਸਨੇ ਸਮਝਾਇਆ ਢੰਗ ਚਲਾਇਆ। ਪਿਓ ਤੁਸਾਡਾ ਪਿਓ ਇਹਨਾਂ ਦੇ, ਕਹਿੰਦੇ ਮਾਰ ਮੁਕਾਇਆ, ਵੈਰ ਵਧਾਇਆ। ਬਦਲਾ ਲਵੋ ਪਿਓ ਦਾ ਖਾਨੋ, ਹੱਥ ਜੇ ਵੇਲਾ ਆਇਆ, ਤੀਰ ਸਵਾਇਆ। ਵਜੀਦ ਖਾਨ ਨੇ ਮਲੇਰਕੋਟਲੇ ਦੇ ਨਵਾਬ ਨੂੰ ਆਪਣੇ ਕੋਲ ਸੱਦ ਕੇ ਕਿਹਾ ਵੀ ਇਹ ਬੱਚੇ ਤੇਰੇ ਹਵਾਲੇ ਕਰ ਦਈਏ, ਇਹਨਾਂ ਦੇ ਪਿਓ ਨੇ ਤੇਰਾ ਪਿਓ ਮਾਰਿਆ ਤੇ ਤੂੰ ਇਹਨਾਂ ਨੂੰ ਮਾਰ ਕੇ ਬਦਲਾ ਲੈ ਲਾ, ਮੌਕਾ ਆਇਆ ਹੀ। ਫੜ ਲਓ ਤੇਗਾਂ ਦੋਵੇਂ ਹੁਣ ਹੀ, ਦੇਵੋ ਸੀਸ ਉਤਾਰੇ, ਦਿਲ ਨਾ ਹਾਰੇ। ਪਿਓ ਬਦਲੇ ਵੈਰੀ ਦੇ ਪੁੱਤਰ, ਅੱਜ ਪਕੜ ਕੇ ਮਾਰੋ, ਹਿੰਮਤ ਧਾਰੋ। ਗਾਜੀ ਮਰਦ ਬਣੋ ਇਸ ਵੇਲੇ, ਹੋਰ ਨਾ ਕੁਝ ਵਿਚਾਰੋ, ਤੇਗ ਉਲਾਰੋ। ਤੀਰ ਇਹਨਾਂ ਨੂੰ ਮਾਰਨ ਲੱਗੇ, ਰਹਿਮ ਰਤਾ ਨਾ ਧਾਰੋ, ਕੋ ਕੇ ਮਾਰੋ। ਤੇ ਮਲੇਰਕੋਟੀਆਂ ਨੇ ਇਉਂ ਕਹਿ ਕੇ ਇਨਕਾਰ ਕੀਤਾ। ਬੋਲੇ ਖਾਨ ਮਲੇਰਕੋਟਲੀਏ, ਸੁਣ ਸੂਬੇ ਸੁਣ ਕਾਜੀ, ਹੋ ਕੇ ਰਾਜੀ। ਗੱਲ ਤੁਹਾਡੀ ਮੰਨ ਲਈਏ ਤਾਂ, ਹੋ ਸਨ ਖੁਸ਼ ਨਿਮਾਜੀ, ਮੋਮਨ ਹਾਜੀ। ਪਰ ਸੂਬਾ ਜੀ ਪੁੱਤਰ ਕੋਲੋਂ, ਪਿਓ ਦੀ ਲੈਣੀ ਭਾਜੀ, ਬਣਨਾ ਪਾਜੀ। ਤੀਰ ਇਉਂ ਨਹੀਂ ਬਣਦਾ ਕੋਈ, ਜਗ ਅੰਦਰ ਮਹਿਰਾਜੀ, ਸੂਰਾ ਗਾਜੀ। ਮਲੇਰਕੋਟਲੀਏ ਕਹਿਣ ਲੱਗੇ, ਜੇ ਅਸੀਂ ਤੁਹਾਡੇ ਆਖੇ ਲੱਗ ਕੇ ਸਾਹਿਬਜ਼ਾਦਿਆਂ ਨੂੰ ਮਾਰ ਦਈਏ, ਤੁਸੀਂ ਖੁਸ਼ ਤੇ ਬੜੇ ਹੋਵੋਗੇ, ਪਰ ਇਹ ਕੋਈ ਗੱਲ ਬਣਦੀ ਨਹੀਂ ਆ। ਪਿਓ ਦਾ ਬਦਲਾ ਉਹਦੇ ਪੁੱਤਰਾਂ ਦੇ ਕੋਲੋਂ ਕਿਉਂ ਲਈਏ? ਸਾਨੂੰ ਫਿਰ ਝੂਠੇ ਕਿਹਾ ਜਾਏਗਾ, ਇਹ ਕੋਈ ਸੂਰਮਿਆਂ ਵਾਲੀ ਗੱਲ ਨਹੀਂ ਆ। ਬੱਚਿਆਂ ਨੂੰ ਕਿਉਂ ਮਾਰੀਏ ਅਸੀਂ? ਜੇ ਦਸ਼ਮੇਸ਼ ਹੋਏ ਅੱਜ ਸਾਵੇਂ,
ਢਿੱਲ ਰਤਾ ਨਾ ਲਾਈਏ, ਤੇਗ ਚਲਾਈਏ। ਆਪਣੇ ਪਿਓ ਦੇ ਸਾਵੇਂ ਬਦਲੇ, ਲੈ ਕੇ ਖੂਬ ਵਿਖਾਈਏ, ਮਰਦ ਸਦਾਈਏ। ਪਰ ਬੱਚਿਆਂ ਤੇ ਜ਼ੁਲਮ ਕਮਾ ਕੇ, ਜ਼ਾਲਮ ਕਿਵੇਂ ਸਦਾਈਏ, ਸ਼ਾਨ ਗਵਾਈਏ। ਤੀਰ ਗਵਾਇਆ ਕੁਝ ਨਾ ਇਹਨਾਂ, ਕਾਨੂੰ ਖੂਨ ਵਹਾਈਏ, ਅਣਖ ਰੁਲਾਈਏ। ਅਸੀਂ ਨਹੀਂ ਇਹ ਕੰਮ ਕਰਨਾ। ਇੱਥੇ ਮੈਂ ਬਹੁਤਾ ਵਿਸਥਾਰ ਨਹੀਂ ਕਰਦਾ। ਵੈਸੇ ਕਈ ਗ੍ਰੰਥ ਨੇ, ਗ੍ਰੰਥਾਂ 'ਚ ਬਹੁਤ ਕੁਝ ਲਿਖਿਆ ਹੋਇਆ। ਜੋਗੀ ਜੀ ਲਿਖਦੇ ਨੇ, ਉਹਨਾਂ ਨੇ ਕਿਹਾ, ਇੱਕ ਸ਼ੇਰ ਮੈਂ ਇੱਥੇ ਵਿੱਚ ਕੋਡ ਕਰ ਦਿੰਦਾ, ਤੁਹਾਨੂੰ ਸੁਣਾਉਂਦਾ। ਉਹ ਆ, बदला ही लेना होगा तो हम लेंगे बाप से, खुदा बचाए हमको ऐसे पाप से। ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਮਾਰ ਕੇ ਨਹੀਂ ਬਦਲਾ ਲੈਣਾ। ਬਦਲਾ ਲੈਣਾ ਹੋਇਆ ਤਾਂ ਇਹਨਾਂ ਦੇ ਪਿਓ ਗੁਰੂ ਗੋਬਿੰਦ ਸਿੰਘ ਕੋਲੋਂ ਲਵਾਂਗੇ। ਸੂਰਮਿਆਂ ਵਾਲੀ ਗੱਲ ਕਰਾਂਗੇ। ਜਦੋਂ ਕਿਸ ਤਰ੍ਹਾਂ ਸੂਰਮਿਆਂ ਵਾਲੀ ਗੱਲ ਕਰਦਾ, ਮਹਾਰਾਜ ਉਹਦੀ ਵੀ ਵਡਿਆਈ ਕਰਦੇ ਆ ਵੀ ਉਹਨੇ ਕਮਾਲ ਕਰ ਦਿੱਤੀ, ਸਾਹਮਣੇ ਹੋ ਕੇ ਲੜਿਆ। ਇੱਕ ਲਲਾਂ ਬੇਗ ਆ, ਜਿਹੜਾ ਮਹਾਰਾਜ ਦੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆ ਕੇ ਲੜਿਆ। ਸਤਿਗੁਰੂ ਜੀ ਕਹਿੰਦੇ ਸ਼ਾਬਾਸ਼ ਆ ਤੇਰੇ ਪਿਓ, ਤੂੰ ਡਰਿਆ ਤੇ ਨਹੀਂ। ਉਹਨਾਂ ਜਾਣ ਲੱਗਾ। ਮਹਾਰਾਜ ਕਹਿੰਦੇ ਆ ਸੂਰਮੇ ਵਾਲਾ ਕੰਮ ਥੋੜ੍ਹੀ ਆ ਵੀ ਵਾਰ ਕਰਕੇ ਤੇ ਮੁੜ ਕੇ ਭੱਜ ਜਾਣਾ। ਉਹ ਮਹਾਰਾਜ ਦੇ ਸਾਹਮਣੇ ਹੋ ਕੇ ਮੁਕਾਬਲਾ ਕੀਤਾ। ਸਤਿਗੁਰੂ ਜੀ ਨੇ ਉਹਨੂੰ ਸ਼ਾਬਾਸ਼ ਦਿੱਤੀ। ਉਹ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਇਹ ਦੋਵੇਂ ਹਨ ਭੋਲੇ ਭਾਲੇ, ਬਿਨਾ ਕਸੂਰ ਅਣਜਾਣੇ, ਭੁੱਖੇ ਭਾਣੇ। ਚੰਗੀ ਗੱਲ ਨਾਹੀਂ ਸੂਬਾ ਜੀ, ਏਦਾਂ ਮਾਰ ਮੁਕਾਣੇ, ਜ਼ੁਲਮ ਕਮਾਣੇ। ਛੱਡ ਦਿਓ ਜੇ ਸਾਡੀ ਮੰਨੋ, ਫੇਰ ਨਾ ਸੱਦੋ ਥਾਣੇ, ਜੀ ਭਿਆਣੇ। ਤੀਰ ਟਲਣ ਪਰ ਮੂਲ ਨਾ ਜ਼ੁਲਮੋ, ਜੋ ਹੋਵਣ ਜਰਵਾਣੇ, ਨਿੱਗਰ ਜਾਣੇ। ਮਲੇਰ ਕੋਟਲੀਆਂ ਨੇ ਕਿਹਾ, ਅਸੀਂ ਤਾਂ ਤੁਹਾਨੂੰ ਕਹਿੰਦੇ ਪਏ ਇਹਨਾਂ ਨੂੰ ਛੱਡ ਦਿਓ ਨਿਆਣਿਆਂ ਨੂੰ, ਇਹਨਾਂ ਵਿਚਾਰਿਆਂ ਦਾ ਥਾਣੇ 'ਚ ਕੀ ਕੰਮ। ਫਿਰ ਕਾਜੀ ਦੀ ਕਰਤੂਤ ਮਾਹੀ ਦੱਸਦਾ, ਪਰ ਦਾਤਾ ਜੀ ਜ਼ਾਲਮ ਕਾਜੀ, ਚਾਲ ਸ਼ਰਾਦੀ ਚੱਲਿਆ, ਸੜਿਆ ਬਲਿਆ। ਕੜਕ ਬੋਲਿਆ ਸੁਣੋ ਖਾਨ ਜੀ, ਜੋ ਮਸਲਾ ਹੈ ਹਲਿਆ, ਰਹੇ ਨ ਠੱਲਿਆ। ਕਾਫਰ ਨੂੰ ਜਾਵੇ ਕਤਲਾਇਆ, ਦੀਨ ਨਹੀਂ ਜੋ ਰਲਿਆ, ਉਲਟਾ ਚੱਲਿਆ। ਤੀਰ ਬਣੇ ਨਾ ਮੋਮਨ, ਜਿਹੜਾ ਜਾਵੇ ਦੋਜਕ ਘੱਲਿਆ, ਉਹ ਅੱਗ ਜਲਿਆ। ਸ਼ਰੈ ਸਾਫ ਪਈ ਦੱਸਦੀ ਸਾਡੀ, ਜੇਕਰ ਤੁਸੀਂ ਵਿਚਾਰੋ ਦਿਲ ਤੇ ਧਾਰੋ। ਜੇ ਇਹ ਦੀਨ ਕਬੂਲਣ ਨਾਹੀਂ, ਕੰਧਾਂ ਵਿੱਚ ਚਿਣ ਮਾਰੋ, ਹੱਠ ਨਾ ਹਾਰੋ। ਰਾਜ ਮਜ਼ੂਰ ਹੁਣੇ ਬੁਲਵਾਓ, ਹੁਣ ਹੀ ਕੰਧ ਉਸਾਰੋ, ਵਿੱਚ ਖਲਾਰੋ। ਤੀਰ ਦੀਨ ਦਾ ਫਰਜ਼ ਸਿਰਾਂ ਤੋਂ, ਏਦਾਂ ਸਿਰੋਂ ਉਤਾਰੋ, ਅੱਜ ਸਰਦਾਰੋ। ਫਿਰ ਕੀ ਸੀ ਝੱਟ ਹੁਕਮ ਹੋ ਗਿਆ, ਰਾਜ ਗਏ ਮੰਗਵਾਏ। ਰਾਜ ਮਤਲਬ ਮਿਸਤਰੀ। ਫਿਰ ਕੀ ਸੀ ਝੱਟ ਹੁਕਮ ਹੋ ਗਿਆ, ਰਾਜ ਗਏ ਮੰਗਵਾਏ, ਦੌੜੇ ਆਏ। ਇੱਟਾਂ ਚੂਨਾ ਹੋ ਗਿਆ ਇਕੱਠਾ, ਲਾਲ ਗਏ ਖਲਵਾਏ, ਹਾਏ ਹਾਏ। ਕੰਧ ਉਸਾਰਨ ਗਿਰਦ ਉਹਨਾਂ ਦੇ, ਤਰਸ ਕੋਈ ਨਾ ਖਾਏ, ਸਭ ਪਰਾਏ। ਤੀਰ ਅਡੋਲ ਖਲੋਤੇ ਦੋਵੇਂ, ਪਰ ਜੀਤੋ ਦੇ ਜਾਏ, ਨਾ ਘਬਰਾਏ। ਆਖਦਿਆਂ ਏ ਮਾਹੀ ਡਾਡਾ, ਦਰਦਾਂ ਵਿੱਚ ਪੁਰ ਹੋਇਆ, ਦਰਦ ਵਿਗੋਇਆ। ਭੁੱਬਾਂ ਮਾਰ ਮਾਰ ਫਿਰ ਅੱਗੋਂ, ਹਾਲ ਸੁਣਾਉਂਦਾ ਰੋਇਆ, ਸੂਲ ਪਰੋਇਆ। ਸਿੰਜਣ ਲਈ ਦਰਦ ਦੀ ਖੇਤੀ, ਖੂਹ ਨੈਣ ਉਸ ਜੋਇਆ, ਸਦਕੇ ਹੋਇਆ। ਤੀਰ ਸੁਣਾਵਣ ਲੱਗਾ ਸਾਕਾ, ਇਉਂ ਜੀਵਦਾ ਮੋਇਆ, ਨੈਣੋ ਚੋਇਆ। ਸ਼੍ਰੀ ਦਸ਼ਮੇਸ਼ ਜੀ ਨੂੰ ਮਾਹੀ ਭੁੱਬਾਂ ਮਾਰ ਕੇ ਦੱਸਦਾ ਹੈ। ਕੀ ਦੱਸਾਂ ਸਤਿਗੁਰ ਜੀ ਅੱਗੋਂ ਗੱਲਾਂ, ਮੈਂ ਗਿਣ ਗਿਣ ਕੇ ਹੱਠ ਨੂੰ ਜਿਣ ਕੇ। ਲਾਲਾਂ ਦੇ ਚੌਫੇਰੇ ਲਾਵਣ, ਇੱਟਾਂ ਉਹ ਚਿਣ ਚਿਣ ਕੇ, ਥਾਂ ਮਿਣ ਮਿਣ ਕੇ।
ਮਿੱਟੀ ਘੱਟੇ ਵਿੱਚ ਰੁਲਾਏ, ਉਹਨਾਂ ਪਾਰਸ ਕਿਣਕੇ ਸਮਝੇ ਤਿਣਕੇ। ਤੀਰ ਆਪਣੀ ਨੀ ਪੁੱਟੀ ਨੇ, ਲਾਲ ਨੀਹਾਂ ਵਿੱਚ ਚਿਣਕੇ ਹਾਰੇ ਜਿਣਕੇ। ਪਰ ਸਤਿਗੁਰ ਜੀ ਮੈਂ ਸੁਣ ਆਇਆ, ਉਥੇ ਗੱਲ ਨਿਆਰੀ ਦਰਦ ਪਟਾਰੀ। ਜੋਰਾਵਰ ਦੇ ਮੋਢੇ ਤੱਕ ਜਾਂ ਪੁੱਜੀ ਆਣ ਉਸਾਰੀ, ਉਸ ਢਾਹ ਮਾਰੀ। ਫਤਿਹ ਸਿੰਘ ਦੇ ਬੁੱਲ ਸੀ ਬਾਹਰ, ਉਸ ਸੁਣੀ ਜਦ ਜਾਰੀ ਏ ਦੁਖਿਆਰੀ। ਤੀਰ ਉਸ ਨੇ ਜ਼ੋਰਾਵਰ ਨੂੰ ਏਦਾਂ ਬੋਲੀ ਮਾਰੀ, ਆਖਰ ਵਾਰੀ। ਵਾਹ ਓਏ ਵੀਰ, ਨੀਰ ਛੱਡ ਦਿੱਤਾ, ਇਹ ਤੂੰ ਕੀ ਹੈ ਕਰਦਾ, ਮੌਤੋਂ ਡਰਦਾ। ਕਾਲ ਅਸਾਡੀ ਕੁਲ ਦਾ ਗੋਲਾ, ਦਮ ਦਮ ਪਾਣੀ ਭਰਦਾ, ਸੇਵਕ ਤਰਦਾ। ਡੁਸਕ ਡੁਸਕ ਕੇ ਓ ਜ਼ੋਰਾਵਰ, ਤੂੰ ਡੁੱਬਦਾ ਹੈ ਕਿਉਂ ਤਰਦਾ, ਤਾਰੂ ਸਰਦਾ। ਤੀਰ ਦੱਸ ਕੀ ਤੂੰ ਨਹੀਂ ਜਗ ਤੇ, ਪੁੱਤਰ ਕਲਗੀਧਰ ਦਾ, ਜ਼ੋਰਾਵਰ ਦਾ। ਬਾਬਾ ਜ਼ੋਰਾਵਰ ਸਿੰਘ ਨੇ ਬਾਬਾ ਡੁਸਕ ਡੁਸਕ ਉਹ ਜ਼ੋਰਾਵਰ ਤੂੰ। ਜਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਕੁਝ ਵੈਰਾਗ ਵਿੱਚ ਆਇਆ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਪੁੱਛਿਆ ਵੀ ਭਰਾ ਤੂੰ ਮੇਰੇ ਤੋਂ ਵੱਡਾ ਤੇ ਐਵੇਂ ਹੀ ਤੂੰ ਵੈਰਾਗ ਵਿੱਚ ਆਈ ਜਾਣਾ। ਜਿਹੜੀ ਮੌਤ ਆ ਉਹ ਤੇ ਸਾਡੇ ਘਰ ਦੀ ਗੋਲੀ ਆ, ਜਿਹੜੀ ਮੌਤ ਲੋਕਾਂ ਨੂੰ ਆਉਂਦੀ ਉਹ ਤੇ ਸਾਡਾ ਨੌਕਰ ਆ। ਇਸ ਵਾਸਤੇ ਡਰਦਾ ਕਿਹੜੀ ਗੱਲੋਂ, ਕਲਗੀਧਰ ਪਾਤਸ਼ਾਹ ਦੇ ਆਪਾਂ ਸਪੁੱਤਰ ਆ। ਗੁਰੂ ਅਰਜਨ ਦੀ ਬੰਸੋਂ ਹੋ ਕੇ ਡਰ ਮੌਤੋਂ ਕੁਰਲਾਣਾ, ਗੱਲ ਗਵਾਣਾ। ਤੇਗ ਬਹਾਦਰ ਦੇ ਹੋ ਪੋਤੇ, ਫਿਰ ਏਦਾਂ ਘਬਰਾਣਾ, ਕਾਲ ਖਲਾਣਾ। ਕਲਗੀਧਰ ਦੇ ਪੁੱਤਰ ਹੋ ਕੇ ਪੈਨ ਉਸ ਦਾ ਬਾਣਾ, ਦਿਲ ਡੁਲਾਣਾ। ਤੀਰ ਜਾਪਦਾ ਦੁਨੀਆ ਉੱਤੇ, ਇਹ ਹੈ ਕੰਮ ਅਜਾਣਾ, ਨਹੀਂ ਸਿਆਣਾ। ਕੀ ਵੀਰਾ ਅੱਜ ਤੈਨੂੰ ਘਰ ਦੇ ਸੁੱਖ ਦਾ ਚੇਤਾ ਆਇਆ, ਜਿਸ ਡੁਲਾਇਆ। ਕੀ ਵੀਰਾ ਮਾਂ ਆ ਗਈ ਚੇਤੇ, ਗੋਦੀ ਜਿਹਨੇ ਖਿਡਾਇਆ, ਦੁੱਧ ਚੁੰਘਾਇਆ। ਕੀ ਵੀਰਾ ਅੱਜ ਮੋਹਿਆ ਤੈਨੂੰ ਦੁਨੀਆ ਦੀ ਮੋਹ ਮਾਇਆ, ਜਗ ਹੈ ਭਾਇਆ। ਤੀਰ ਪਤਾ ਕੁਝ ਲੱਗਦਾ ਨਹੀਂ, ਕਿਉਂ ਤੂੰ ਨੀਰ ਵਹਾਇਆ, ਮਾਂ ਪਿਓ ਜਾਇਆ। ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਫਿਰ ਵੈਰਾਗ ਆਉਣ ਦਾ ਕਾਰਨ ਦੱਸਿਆ ਵੀ ਮੇਰੀਆਂ ਅੱਖਾਂ ਸੇਜਲ ਕਿਉਂ ਹੋ ਗਈਆਂ ਵਾ। ਜ਼ੋਰਾਵਰ ਨੇ ਕਿਹਾ ਫਤਿਹ ਨੂੰ ਸੁਣ ਓ ਮਾਂ ਪਿਓ ਜਾਇਆ, ਜੇ ਸਦਰਾਇਆ। ਮੇਰੇ ਨਾਲ ਗੁਰੂ ਤੇ ਰੱਬ ਨੇ ਅੱਜ ਹੈ ਜ਼ੁਲਮ ਕਮਾਇਆ, ਦਿਲੋਂ ਭੁਲਾਇਆ। ਵਾਰੀ ਮੇਰੀ ਦਿੱਤੀ ਤੈਨੂੰ, ਮੇਰਾ ਹੱਕ ਗਵਾਇਆ, ਤਾਂ ਘਬਰਾਇਆ। ਪਹਿਲੇ ਤੀਰ ਸ਼ਹੀਦ ਹੋਏ ਤੂੰ, ਜੱਗ ਵਿੱਚ ਪਿੱਛੋਂ ਆਇਆ, ਉਸ ਦੀ ਮਾਇਆ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ ਮੈਂ ਤਾਂ ਵੈਰਾਗ 'ਚ ਆ ਰਿਹਾ ਵੀ ਹੈ ਤੂੰ ਮੇਰੇ ਤੋਂ ਛੋਟਾ ਤੇ ਦਾਦੇ ਗੁਰੂ ਦੀ ਗੋਦ 'ਚ ਪਹਿਲਾਂ ਚਲੇ ਚੱਲਿਆ। ਕਿਉਂਕਿ ਸਾਹਿਬਜ਼ਾਦਾ ਫਤਿਹ ਸਿੰਘ ਉਹ ਪਹਿਲਾਂ ਕੰਧ ਵਿੱਚ ਚਿਣੇ ਗਏ ਆ, ਤੂੰ ਪਹਿਲਾਂ ਸ਼ਹੀਦ ਹੋ ਜਾਣਾ, ਮੈਂ ਤੇਰੇ 'ਤੇ ਪਿੱਛੇ ਰਹਿ ਚੱਲਿਆ, ਮੈਂ ਤਾਂ ਕਰਕੇ ਵੈਰਾਗ ਵਿੱਚ ਆਉਂਦਾ। ਪਹਿਲੇ ਉਸਨੇ ਤੇਰੇ ਕੋਲੋਂ ਮੈਨੂੰ ਜੱਗ ਵਿੱਚ ਘੱਲਿਆ, ਲਾਡੀ ਪਲਿਆ। ਪਰ ਤੂੰ ਪਿੱਛੋਂ ਆ ਕੇ ਵੀਰਾ, ਪਹਿਲੇ ਹੈ ਟੁਰ ਚੱਲਿਆ, ਮੈਨੂੰ ਛੱਲਿਆ। ਪਹਿਲੇ ਵਰੇ ਸ਼ਹੀਦੀ ਨੂੰ ਤੂੰ ਨਿੱਕਾ ਹੋ ਨਾ ਟਲਿਆ, ਰਿਹੋ ਨਾ ਠੱਲਿਆ। ਤੀਰ ਇਸ ਅਨਿਆਂ ਦੀ ਗੱਲ ਨੇ ਅੱਜ ਕਲੇਜਾ ਸੱਲਿਆ, ਤਾਂ ਦਿਲ ਹੱਲਿਆ। ਮਾਹੀ ਦਸ਼ਮੇਸ਼ ਜੀ ਨੂੰ ਕਹਿੰਦਾ ਜਾਣੀ ਜਾਣ ਜਿਉ ਹਨ ਕਹਿੰਦੇ, ਮੋਢੀ ਜਾਂ ਕੰਧ ਆਈ ਡਰੇ ਨਾ ਰਾਈ। ਧੂ ਤਲਵਾਰਾਂ ਆਣ ਖਲੋਤੇ, ਪਲਕਾਂ ਵਿੱਚ ਕਸਾਈ ਢਿੱਲ ਨਾ ਲਾਈ।
ਇੱਕੋ 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 ਵਾਰ ਦੋਹਾਂ ਦੀ ਤੇਗਾਂ ਧੌਣ ਉਡਾਈ ਰਤ ਵਹਾਈ। ਤੀਰ ਸੁਣਾਇਆ ਹੌਕਾ ਲੈ ਕੇ ਟੁਰ ਗਈ ਗੁਜਰੀ ਮਾਈ ਦਰਦ ਸਤਾਈ। ਉੱਥੇ ਸਾਧ ਸੰਗਤ ਜੀ ਫਿਰ ਜਦੋਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ, ਜੋਗੀ ਜੀ ਲਿਖਦੇ ਉਹਨਾਂ ਦਾ ਵਿੱਚ ਸਾਹ ਘੁੱਟਿਆ ਗਿਆ। ਜਬ ਹਬ ਸੇ ਦਮ ਹੁਆ, ਉਹਨਾਂ ਦਾ ਸਾਹ ਕੰਧਾਂ 'ਚ ਘੁੱਟਿਆ ਗਿਆ। ਸਾਹਿਬਜ਼ਾਦੇ ਬੇਹੋਸ਼ ਹੋ ਗਏ, ਕੰਧਾਂ ਨੂੰ ਡੇਗ ਦਿੱਤਾ ਗਿਆ, ਸਾਹਿਬਜ਼ਾਦਿਆਂ ਨੂੰ ਵਿੱਚੋਂ ਕੱਢਿਆ ਗਿਆ। ਉਹਨਾਂ ਦੇ ਫਿਰ ਹੱਥਾਂ ਪੈਰਾਂ ਦੀਆਂ ਤਲੀਆਂ ਨੂੰ ਮਲਿਆ ਗਿਆ, ਉਹਨਾਂ ਨੂੰ ਹੋਸ਼ 'ਚ ਲਿਆਂਦਾ ਗਿਆ। ਉਹਨਾਂ ਨੂੰ ਫਿਰ ਪੁੱਛਿਆ, ਬੱਚਿਓ ਮੌਤ ਦਾ ਥੋੜ੍ਹਾ ਜਿਹਾ ਸਵਾਦ ਵੇਖਿਆ ਜੇ ਕਿੱਦਾਂ ਸਾਹ ਘੁੱਟਦਾ ਕੰਧਾਂ 'ਚ? ਜੇ ਅਸੀਂ ਚਾਹੁੰਦੇ ਤਾਂ ਤੁਹਾਨੂੰ ਵਿੱਚੋਂ ਕੱਢਦੇ ਹੀ ਨਾ, ਵਿੱਚੇ ਤੁਹਾਨੂੰ ਖਤਮ ਕਰ ਦਿੰਦੇ। ਪਰ ਅਜੇ ਵੀ ਦੱਸੋ, ਆਪਣਾ ਧਰਮ ਛੱਡਣ ਵਾਸਤੇ ਤਿਆਰ ਜੇ? ਮੁਸਲਮਾਨ ਬਣਨ ਵਾਸਤੇ ਤਿਆਰ ਜੇ? ਸਾਹਿਬਜ਼ਾਦੇ ਕਹਿੰਦੇ ਨਹੀਂ। ਫਿਰ ਨਾ ਇਹ ਹੁਕਮ ਹੋਇਆ ਵੀ ਇਹਨਾਂ ਦੀ ਸਾਹ ਰਗ ਵੱਢ ਦਿੱਤੀ ਜਾਵੇ। ਇੱਥੇ ਧੌਣ ਦੇ ਉੱਤੇ ਨਾ ਛੁਰੀਆਂ ਫੇਰ ਕੇ ਇਹਨਾਂ ਦੀ ਸਾਹ ਰਗ ਵੱਢ ਦਿਓ, ਆਪੇ ਤੜਫ ਤੜਫ ਕੇ ਮਰ ਜਾਣਗੇ। ਪਰ ਇਹ ਜ਼ੁਲਮ ਕਰਨ ਵਾਸਤੇ ਕੋਈ ਤਿਆਰ ਨਾ ਹੋਇਆ। ਉੱਥੇ ਦੋ ਜਲਾਦ ਸਨ ਸਮਾਣੇ ਪਿੰਡ ਤੋਂ ਆਏ ਹੋਏ, ਤਾਂ ਸ਼ਾਸਲ ਬੇਗ ਅਤੇ ਬਾਸ਼ਲ ਬੇਗ। ਉਹਨਾਂ ਕੋਲੋਂ ਕੋਈ ਗੁਨਾਹ ਹੋਇਆ ਸੀ, ਉਹ ਆਪਣੀ ਸਜ਼ਾ ਤਰੀਕ ਭੁਗਤਣ ਵਾਸਤੇ ਆਏ ਹੋਏ ਸੀ। ਵਜ਼ੀਰ ਖਾਨ ਨੇ ਕਿਹਾ, ਜੇ ਤੁਸੀਂ ਸਾਹਿਬਜ਼ਾਦਿਆਂ ਨੂੰ ਖਤਮ ਕਰ ਦਿਓ ਤੁਹਾਡੇ ਸਾਰੇ ਗੁਨਾਹ ਮਾਫ। ਉਹ ਮੰਨ ਗਏ ਅਤੇ ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਦੇ ਉੱਤੇ ਗੋਡੇ ਰੱਖ ਕੇ ਉਹਨਾਂ ਦੀਆਂ ਸਾਹ ਰਗਾਂ ਵੱਢ ਦਿੱਤੀਆਂ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸ਼ਹੀਦ ਹੋ ਗਏ। ਸਾਹਿਬਜ਼ਾਦਾ ਫਤਿਹ ਸਿੰਘ ਜੀ ਨਿੱਕੇ ਸਨ, ਉਹਨਾਂ ਦੀ ਸਾਹ ਰਗ ਵੱਢ ਦਿੱਤੀ ਗਈ। ਪਰ 12 ਕੁ ਮਿੰਟ ਸਾਧ ਸੰਗਤ ਜੀ ਉਹਨਾਂ ਦਾ ਜਿਹੜਾ ਸਰੀਰ ਸੀ ਨਾ, ਉਹ ਤੜਫਦਾ ਰਿਹਾ, ਸਾਹ ਰਗ ਵੱਢੀ ਹੋਈ। ਇੱਥੇ ਕਹਿ ਲਓ ਵੀ ਜਿਹੜੀ ਗੱਲ ਦਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨੇ ਇਤਰਾਜ਼ ਕੀਤਾ ਸੀ ਨਾ, ਸਾਹਿਬਜ਼ਾਦਾ ਫਤਿਹ ਸਿੰਘ ਨੇ ਉਹ ਪੂਰੀ ਕਰ ਦਿੱਤੀ ਵੀ ਭਰਾਵਾ ਤੂੰ ਪਹਿਲਾਂ ਚਲਿਆ ਜਾ ਦਾਦਾ ਜੀ ਦੀ ਗੋਦ 'ਚ, ਤੂੰ ਵੱਡਾ ਵਾਂ, ਮੈਂ ਬਾਅਦ 'ਚ ਆ ਜਾਵਾਂਗਾ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਜਾਨ ਪਹਿਲਾਂ ਨਿਕਲੀ ਆ, ਸਾਹਿਬਜ਼ਾਦਾ ਫਤਿਹ ਸਿੰਘ ਜੀ ਬਾਅਦ ਵਿੱਚ ਸ਼ਹੀਦ ਹੋਏ ਨੇ। ਟੋਡਰ ਮੱਲ ਆਪ ਦੇ ਪ੍ਰੇਮੀ ਅਤੇ ਮਾਤਾ ਗੁਜਰ ਕੌਰ ਜੀ, ਉਹਨਾਂ ਨੂੰ ਜ਼ਾਲਮਾਂ ਨੇ ਠੰਡੇ ਬੁਰਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ, ਉਹਨਾਂ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ। ਟੋਡਰ ਮੱਲ ਆਪ ਦਾ ਪ੍ਰੇਮੀ ਸੁਣ ਕੇ ਰੋਂਦਾ ਆਇਆ, ਦਰਦ ਸਤਾਇਆ। ਉਸਨੇ ਆ ਕੇ ਕਰਨੀ ਕੀਤੀ, ਏਦਾਂ ਸਿਦਕ ਨਿਭਾਇਆ, ਪਲ ਨਾ ਲਾਇਆ। ਤਿੰਨੇ ਲੋਥਾਂ ਲਈਆਂ ਉੱਥੋਂ ਖੁੱਲੀ ਖਰਚੀ, ਮਾਇਆ ਨੀਰ ਵਹਾਇਆ। ਤੀਰ ਦੇਹਾਂ ਸੰਸਕਾਰਨ ਖਾਤਰ, ਸੋਨਾ ਉਸ ਵਿਛਾਇਆ, ਘੋਲ ਘੁਮਾਇਆ। ਧਰਤੀ ਲਈ ਵਿਛਾ ਕੇ ਮੋਹਰਾਂ, ਲਾਲ ਉਹਨੇ ਸੰਸਕਾਰੇ, ਗੁਰਕੁਲ ਤਾਰੇ। ਦਾਦੀ ਦੀ ਗੋਦੀ ਵਿੱਚ ਸੌਂ ਗਏ, ਭੋਲੇ ਅਤੇ ਪਿਆਰੇ ਹੋ ਗਏ ਵਾਰੇ। ਅੱਖੀਂ ਵੇਖ ਜ਼ੁਲਮ ਦੀ ਘਟਨਾ, ਰੋ ਪੈ ਰੁੱਖ ਵਿਚਾਰੇ, ਦਰਦਾਂ ਮਾਰੇ। ਤੀਰ ਮੂੰਹੋਂ ਪਰ ਬੋਲ ਨਾ ਸਕੇ, ਵੱਢਣ ਨਾ ਹਥਿਆਰੇ, ਧਰ ਕੇ ਆਰੇ। ਲਾਲਾਂ ਦੀ ਰਤ ਜਿਉਂ ਹੀ ਡੁੱਲੀ, ਰੋ ਪਈ ਧਰਤ ਵਿਚਾਰੀ, ਕਰਮਾਂ ਮਾਰੀ। ਸੂਰਜ ਰੋਇਆ ਚੰਦ ਵੀ ਰੋਇਆ, ਲੱਗੀ ਦਰਦ ਕਟਾਰੀ, ਕਰ ਗਈ ਕਾਰੀ। ਰੋਏ ਫੁੱਲ ਤਰੇਲੀ ਅਥਰੂ, ਪੀੜ ਨਾ ਗਈ ਸਹਾਰੀ, ਕਰਦੇ ਜ਼ਾਰੀ। ਤੀਰ ਹਿਲਾ ਗਿਆ ਨੀ ਜ਼ੁਲਮ ਦੀ, ਇਹ ਹਲੂਣਾ ਭਾਰੀ, ਆਖਰ ਵਾਰੀ। ਗੰਗੂ ਦੀ ਵੀ ਅੰਤ ਗੁਰੂ ਜੀ ਕਹਿੰਦੇ, ਡੁੱਬ ਗਈ ਖੇੜੀ ਅੰਦਰ। ਇੱਥੇ ਹੁਣ ਗੰਗੂ ਦਾ ਵੀ ਜ਼ਿਕਰ ਕਰਦੇ, ਸਮਾਪਤੀ ਕਰ ਰਹੇ ਕਵੀ ਜੀ। ਗੰਗੂ ਦੀ ਵੀ ਅੰਤ ਗੁਰੂ ਜੀ ਕਹਿੰਦੇ, ਡੁੱਬ ਗਈ ਬੇੜੀ ਅੰਦਰ ਖੇੜੀ। ਜੋ ਪਾਪੀ ਨੇ ਮਾਇਆ ਲੁੱਟੀ, ਉਹ ਉਸ ਮੌਤ ਸਹੇੜੀ, ਹੋਣੀ ਛੇੜੀ। ਉਸ ਦੇ ਨਾਲ ਬੁਰੀ ਹੈ ਹੋਈ, ਗਿਣ ਗਿਣ ਦੱਸਾਂ ਕਿਹੜੀ, ਬੀਤੀ ਜਿਹੜੀ। ਤੀਰ ਲੁੱਟਿਆ ਗਿਆ ਅਨਰਥੀ, ਉਜੜੀ ਉਸ ਦੀ ਖੇੜੀ, ਫਿੱਟਣ ਫੇੜੀ। ਮੁਸਲਮਾਨ ਅਫਸਰਾਂ ਨੇ ਜਾਂ
सो कितों सुन पाई लुट्टी माई। वाहो दाजा पुजे खेड़ी ढिल रता ना लाई कीती ताई। टुट पै गंगू दे घर ते रज के लुट मचाई तुम तुमाई। तीर कुट कुट आखर उसदी कहंदे अलख मुकाई जान गवाई। ਕੱਲ ਅਸੀਂ ਸੁਣਿਆ ਵੀ ਮਾਤਾ ਗੁਜਰੀ ਜੀ ਉਹਨੂੰ ਕਹਿ ਗਏ ਸੀ ਵੀ ਗੰਗੂਆ ਜਿਹੜੀ ਮਾਇਆ ਦਾ ਕਰਕੇ ਇੰਨਾ ਜ਼ੁਲਮ ਕਰ ਰਿਹਾ ਵਾਂ ਇਹ ਮਾਇਆ ਤੇਰੇ ਕੋਲ ਰਹਿਣੀ ਨਹੀਂ, ਤੂੰ ਗੰਗੂਆ ਗੰਗਾ 'ਚ ਰੁੜ ਕੇ ਮਰੇਂਗਾ। ਇਤਿਹਾਸ ਵਿੱਚ ਜ਼ਿਕਰ ਆਇਆ, ਕਹਿੰਦੇ ਨੇ ਗੰਗੂ ਨੇ ਉਹ ਮਾਇਆ ਦੀ ਥੈਲੀ ਜਿਹੜੀ ਸੀ ਨਾ ਉਹਨੇ ਇੱਕ ਚੋ ਦੇ ਵਿੱਚ ਨੱਪ ਦਿੱਤੀ। ਲਾਗੋਂ ਦੀ ਕਿਧਰੇ ਪਾਣੀ ਵਗਦਾ ਸੀ, ਉੱਥੇ ਟੋਆ ਪੁੱਟ ਕੇ ਉਹਦੇ 'ਚ ਨੱਪ ਕੇ ਉੱਤੇ ਮਿੱਟੀ ਪਾ ਦਿੱਤੀ ਵੀ ਜਦੋਂ ਹਾਲਾਤ ਠੀਕ ਹੋ ਜਾਣਗੇ ਤੇ ਮੈਂ ਇੱਥੋਂ ਕੱਢ ਲਾਂਗਾ। ਕਿਸੇ ਨੇ ਖਬਰ ਦੇ ਦਿੱਤੀ ਜੀ ਇਹਨੇ ਮਾਤਾ ਗੁਜਰੀ ਜੀ ਦੀ ਮਾਇਆ ਲੁੱਟੀ ਆ, ਤੇ ਉੱਥੋਂ ਫਿਰ ਸਿਪਾਹੀ ਆ ਗਏ, ਉਹਨੂੰ ਕਹਿੰਦੇ ਦੱਸ ਮਾਇਆ ਕਿੱਥੇ ਆ। ਪਹਿਲਾਂ ਤਾਂ ਉਹ ਮੰਨਿਆ ਨਾ, ਜਦੋਂ ਉਹਨੂੰ ਬਹੁਤ ਮਾਰਿਆ ਕੁੱਟਿਆ ਗਿਆ ਫਿਰ ਕਹਿੰਦਾ ਚਲੋ ਮੈਂ ਤੁਹਾਨੂੰ ਦੱਸਦਾ ਫਲਾਨੀ ਥਾਂ 'ਤੇ ਨੱਪੀ ਆ। ਫਿਰ ਉਹ ਜਿੱਥੇ ਪਾਣੀ ਜਿੱਥੇ ਵਗਦਾ ਸੀ ਉੱਥੇ ਇੱਥੇ ਨੱਪੀ ਆ, ਉੱਥੋਂ ਲੱਭੇ ਨਾ, ਨਹੀਂ ਨਹੀਂ ਮੈਂ ਇੱਥੇ ਨੱਪੀ ਆ। ਉਹ ਪੁਲਿਸ ਵਾਲੇ ਕਹਿਣ ਸ਼ਾਇਦ ਝੂਠ ਬੋਲਦਾ ਵਾ ਵੀ ਇਹਨੇ ਕਿਤੇ ਹੋਰ ਲਕੋਈ, ਸਾਨੂੰ ਦੱਸਦਾ ਨਹੀਂ। ਉਹ ਮੰਨਣ ਨਾ, ਜ਼ੁਲਮੀ ਸਰਕਾਰ ਸੀ। ਉਹਨਾਂ ਨੇ ਗੰਗੂ ਬ੍ਰਾਹਮਣ, ਉਹਦਾ ਨਾ ਜਿੱਦਾਂ ਦਿਮਾਗ ਹੀ ਹਿੱਲ ਗਿਆ, ਕਦੇ ਕਿਤੇ ਹੱਥ ਮਾਰੀ, ਨਹੀਂ ਨਹੀਂ ਮੈਂ ਇੱਥੇ ਸੋਨਾ ਨੱਪਿਆ ਇੱਥੇ। ਉਹ ਪਾਗਲ ਹੋ ਗਿਆ, ਉਹਨੂੰ ਸਿਪਾਹੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਜਿਹੜੇ ਮਾਇਆ ਦੇ ਪਿੱਛੇ ਲੋਕਾਂ 'ਤੇ ਜ਼ੁਲਮ ਕਰਦੇ ਨਾ ਉਹਨਾਂ ਦੀ ਹਾਲਤ ਇਹੋ ਹੀ ਹੁੰਦੀ ਆ। ਮਾਹੀ ਦੀ ਜ਼ੁਬਾਨੀ ਸੁਣੀ ਦਰਦ ਕਹਾਣੀ ਦਾ ਸਰੋਤਿਆਂ 'ਤੇ ਅਸਰ। ਜਿਨ੍ਹਾਂ ਨੇ ਸਾਰੀ ਕਥਾ ਸੁਣੀ ਨੂਰੇ ਮਾਹੀ ਕੋਲੋਂ, ਸੁਣਦੇ ਗਏ ਗੰਭੀਰ ਗੁਰੂ ਜੀ ਮਾਹੀ ਗਿਆ ਸੁਣਾਉਂਦਾ ਨੈਣ ਵਹਾਂਦਾ। ਸੁਣ ਸੁਣ ਸਭ ਦੇ ਨੈਣਾ ਵਿੱਚੋਂ ਨੀਰ ਨ ਠੱਲਿਆ ਜਾਂਦਾ ਦਰਦ ਵਧਾਂਦਾ। ਰਾਏ ਕੱਲਾ ਪੁੰਜ ਦਰਦ ਦਾ ਲੱਖ ਲੱਖ ਡੋਬੇ ਖਾਂਦਾ ਡੁੱਬਦਾ ਜਾਂਦਾ। ਤੀਰ ਕਤਲ ਬੇਦੋਸ਼ਾਂ ਦਾ ਇਹ ਪੱਥਰ ਪਿਆ ਰਵਾਂਦਾ ਦਿਲ ਨੂੰ ਖਾਂਦਾ। ਪਰ ਦਸ਼ਮੇਸ਼ ਗੰਭੀਰ ਚਿੱਤ ਦੇ ਦਿਲ ਤੋਂ ਰਤਾ ਨਾ ਡੋਲੇ ਨਾ ਕੁਝ ਬੋਲੇ। ਸੁਣਦੇ ਰਹੇ ਅਣਜਾਣੇ ਪੁੱਤਰ ਕਿਵੇਂ ਹੋਏ ਨੇ ਘੋਲੇ ਆਲੇ ਭੋਲੇ। ਦਿਲ ਵਿੱਚ ਭਾਵੇਂ ਮੁੜ ਮੁੜ ਉੱਠੇ ਲੱਖਾਂ ਵਾਵ ਰੋਲੇ ਝੱਖੜ ਝੋਲੇ। ਤੀਰ ਨਾਲ ਪੁੱਟ ਕਾਹੀ ਜੜ ਤੋਂ ਆਖਰ ਏਦਾਂ ਬੋਲੇ ਬੁੱਲ ਪਲੋਲੇ। ਮਹਾਰਾਜ ਨੇ ਫਿਰ ਉੱਥੇ ਨਾ ਇੱਕ ਕਾਹੀ ਦਾ ਬੂਟਾ ਸੀ, ਉਹਨੂੰ ਤੀਰ ਨਾਲ ਖਰੋਚ ਰਹੇ ਸੀ, ਉਹਨੂੰ ਮਹਾਰਾਜ ਨੇ ਪੁੱਟ ਦਿੱਤਾ ਤੇ ਬਚਨ ਕੀਤਾ, ਇਹ ਕਾਹੀ ਦੀ ਜੜ ਨਹੀਂ ਪੁੱਟੀ ਜ਼ਾਲਮ ਦੀ ਜੜ ਪੁੱਟੀ ਪੁੱਟ ਕੇ ਸੁੱਟੀ। ਅੱਜ ਤੋਂ ਜਾਣੋ ਪਾਪ ਰਾਜ ਦੀ ਸੰਗੀ ਗਈ ਏ ਘੁੱਟੀ ਚੋਗ ਨੇ ਖੁੱਟੀ। ਉਜੜੇਗਾ ਉਹ ਸ਼ਹਿਰ ਅੰਤ ਨੂੰ ਜਿਸ ਅੱਥਰ ਨਹੀਂ ਸੁੱਟੀ ਅੱਖ ਨਾ ਫੁੱਟੀ। ਤੀਰ ਜਾਏਗੀ ਵਸਤੀ ਐਸੀ ਇੱਕ ਦਿਨ ਸਾੜੀ ਲੁੱਟੀ ਲਾਲਾ ਝੁੱਟੀ। ਮਰੇ ਨਹੀਂ ਏ ਮੇਰੇ ਪੁੱਤਰ ਜੀਵਨ ਪਦਵੀ ਪਾ ਗਏ ਜ਼ੋਰ ਵਿਖਾ ਗਏ। ਦੇਸ਼ ਭਗਤ ਸਨ ਬੱਚੇ ਮੇਰੇ ਸੇਵਾ ਦੇਸ਼ ਸਿਖਾ ਗਏ ਰਾਹੇ ਪਾ ਗਏ। ਦਰਦੀ ਵੀਰ ਮਲੇਰ ਕੋਟੀਏ ਆਪਣੀ ਉਮਰ ਵਧਾ ਗਏ ਮੈਨੂੰ ਪਾ ਗਏ। ਤੀਰ ਜੋਤ ਕੁਰਬਾਨੀ ਵਾਲੀ ਮੇਰੇ ਲਾਲ ਜਗਾ ਗਏ ਧਰਮ ਨਿਭਾ ਗਏ। ਸੁਣ ਸੁਣ ਕਰਨੀ ਦਰਦਾਂ ਵਾਲੀ ਨੈਣ ਨਾ ਮੂਲ ਉਛਾਲੇ ਮੇਰੇ ਲਾਲੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਵੀ ਆਪਣੇ ਸੇਵਕਾਂ ਨੂੰ ਸਮਝਾਇਆ ਵੀ ਗੁਰੂ ਦੇ ਪਿਆਰਿਓ ਇਹ ਜੋ ਹੋਇਆ ਪਰਮਾਤਮਾ ਦੇ ਭਾਣੇ 'ਚ ਹੋਇਆ ਵਾ ਤੇ ਤੁਸੀਂ ਦੁਖੀ ਨਾ ਹੋਵੋ। ਸੁਣ ਸੁਣ ਕਰਨੀ ਦਰਦਾਂ ਵਾਲੀ ਨੈਣ ਨਾ ਮੂਲ ਉਛਾਲੋ ਮੇਰੇ ਲਾਲੋ। 4 ਗਏ 40 ਵੀ ਚੱਲ ਗਏ ਗਏ ਬੇਅੰਤ ਖਿਆਲੋ ਦਿਲ ਸੰਭਾਲੋ। ਨਾ ਰੋਵੋ ਨਾ ਰੋਵੋ ਪੁੱਤਰੋ ਹੁਕਮ ਪ੍ਰਭੂ ਦਾ ਪਾਲੋ ਕਾਲਾਂ ਕਾਲੋ। ਤੀਰ ਸ਼ੁਕਰ ਵਿੱਚ ਲੂੰ ਲੂੰ ਭਰਿਆ ਜੇ ਮੈਨੂੰ ਪੜਤਾਲੋ ਵੇਖੋ ਭਾਲੋ। ਰਾਏ ਕੱਲੇ ਦੀ ਜੋਦੜੀ ਰਾਏ ਕੱਲੇ ਨੇ ਬੇਨਤੀ ਕੀਤੀ,
ਰਾਏ ਕਲੇ ਰੋਕਿਆ ਗੁਰੂ ਜੀ, ਔਖਾ ਹੈ ਸਲ ਸਹਿਣਾ ਤੇ ਚੁੱਪ ਰਹਿਣਾ। ਏਸ ਆਪ ਦੇ ਧੀਰਜ ਅੱਗੇ ਕੀ ਕੁਝ ਜਾਣੇ ਕਹਿਣਾ, ਜੀਵ ਟਟਹਿਣਾ। ਆਪ ਜਾਣਦੇ ਹੋ ਦਾਤਾ ਜੀ, ਵਿੱਚ ਰਜ਼ਾ ਦੇ ਰਹਿਣਾ ਉੱਠਣਾ ਬਹਿਣਾ। ਤੀਰ ਕੁਦਰਤੀ ਗੱਲ ਹੈ ਸੁਣ ਕੇ, ਦਰਦਾਂ ਅੰਦਰ ਵਹਿਣਾ ਧੀਰਜ ਢਹਿਣਾ। ਧੰਨ ਹੋ ਆਪ ਦਾ ਜਿਗਰਾ, ਹੱਥੀਂ ਪਿਤਾ ਘੁਮਾਇਆ ਧਰਮ ਕਮਾਇਆ। ਦੋ ਹੀਰੇ ਪੁੱਤਾਂ ਨੂੰ ਰਣ ਵਿੱਚ ਸਾਵੇਂ, ਸ਼ਹੀਦ ਕਰਾਇਆ ਲੇਖੇ ਲਾਇਆ। ਦੋਹਾਂ ਦੀ ਹਲਕਾਰਾ ਮਾਹੀ, ਅੱਜ ਜੋ ਖਬਰ ਲਿਆਇਆ ਉਸ ਰਵਾਇਆ। ਤੀਰ ਬੁੱਢੜੀ ਮਾਤਾ ਦਾ ਵੀ ਸੀਸ ਆਪਨੇ ਲਾਇਆ, ਭੁੱਲ ਮੋਹ ਮਾਇਆ। ਵਾਹ ਵਾਹ ਧੰਨ ਆਪ ਦੀ ਕਰਨੀ, ਵਾਹ ਬੰਸ ਦੇ ਦਾਨੀ, ਵਾਹ ਕਰ ਕੁਰਬਾਨੀ। ਭਾਵੇਂ ਜਗ ਤੇ ਅੱਜ ਆਪ ਦੀ ਰਹੀ ਨਾ ਇੱਕ ਨਿਸ਼ਾਨੀ, ਜੋਤ ਨੂਰਾਨੀ। ਤਾਂ ਵੀ ਰਤਾ ਮਲਾਲ ਨਾ ਜਾਪੇ, ਡਲ ਕੇ ਪਏ ਪਿਸ਼ਾਨੀ ਵੇਖ ਹੈਰਾਨੀ। ਤੀਰ ਸੁਣਦਿਆਂ ਸਾਰ ਅਸਾਂ ਨੂੰ ਧਸ ਗਈ ਸੀਨੇ ਕਾਨੀ, ਹੇ ਦਿਲ ਜਾਨੀ। ਦਸ਼ਮੇਸ਼ ਜੀ ਦੀ ਨਿਸ਼ਕਾਮਤਾ ਮਹਾਰਾਜ ਨੇ ਬਚਨ ਕੀਤਾ। ਬੋਲੇ ਸ਼੍ਰੀ ਦਸ਼ਮੇਸ਼ ਕੱਲਿਆ, ਕਿਉਂ ਅੱਖਾਂ ਭਰ ਆਈਆਂ ਤੇ ਉਛਲਾਈਆਂ। ਮੈਂ ਕੀ ਚੀਜ਼ ਕਰਨ ਕੀ ਜੋਗਾ, ਉਸ ਦੀਆਂ ਵਡਿਆਈਆਂ ਸਭ ਬਣਾਈਆਂ। ਸਨ ਪਰਿਵਾਰ ਮੇਰੇ ਦੀਆਂ ਲੀਕਾਂ, ਸੱਤ ਉਸੇ ਨੇ ਪਾਈਆਂ। ਮਹਾਰਾਜ ਨੇ ਕਿਹਾ ਮੇਰੇ ਪਰਿਵਾਰ ਦੀਆਂ ਜਿਹੜੀਆਂ 7 ਲੀਕਾਂ ਸੀ ਨਾ, ਰੱਬ ਨੇ ਪਾਈਆਂ ਸੀ। 7 ਲੀਕਾਂ ਕਿਹੜੀਆਂ? 4 ਸਾਹਿਬਜ਼ਾਦੇ, ਮਾਤਾ, ਪਿਤਾ ਤੇ ਦਸ਼ਮੇਸ਼ ਪਾਤਸ਼ਾਹ। ਇਹ 4 ਲੀਕਾਂ ਰੱਬ ਨੇ ਪਾਈਆਂ। ਸਨ ਪਰਿਵਾਰ ਮੇਰੇ ਦੀਆਂ ਲੀਕਾਂ, 7 ਉਸ ਨੇ ਪਾਈਆਂ ਕਰ ਚਤਰਾਈਆਂ। ਹਿਰਖ ਸੋਗ ਕੀ ਤੀਰ ਏਸ ਦਾ, ਪਾ ਕੇ ਉਸ ਮਿਟਾਈਆਂ ਉਸ ਮਨ ਭਾਈਆਂ। ਜਿਵੇਂ ਰੱਬ ਨੂੰ ਭਾਉਂਦਾ। ਇਹ ਟੱਬਰ ਦੇ ਜੀ ਤੇ ਲੀਕਾਂ ਨੇ, ਜਦੋਂ ਰੱਬ ਦਾ ਜੀ ਕਰਦਾ ਪਾ ਦਿੰਦਾ, ਜਦੋਂ ਰੱਬ ਦਾ ਜੀ ਕਰਦਾ ਮਿਟਾ ਦਿੰਦਾ। ਜਿਸ ਦਿਹਾੜੇ ਮੈਂ ਵੀ ਮਿੱਤਰਾ, ਦੇਸ਼ ਕੌਮ ਲਈ ਮਰਸਾਂ ਦੁਖੜੇ ਜਰਸਾਂ। ਜਿਸ ਦਿਹਾੜੇ ਤੇਗ ਧਾਰ ਨੂੰ ਮੈਂ ਤਾਰੂ ਬਣ ਤਰਸਾਂ, ਦਿਲ ਤੋਂ ਠਰਸਾਂ। ਜਿਸ ਦਿਹਾੜੇ ਨਾਰ ਸ਼ਹੀਦੀ ਮੈਂ ਸੇਰੇ ਬਨ ਵਰਸਾਂ, ਰੰਗ ਵਿੱਚ ਭਰਸਾਂ। ਦਿਲੋਂ ਤੀਰ ਮੈਂ ਉਸ ਦਿਹਾੜੇ, ਸ਼ੁਕਰ ਸਾਈਂ ਦਾ ਕਰਸਾਂ, ਭੇਟਾ ਧਰਸਾਂ। ਰਾਏ ਕੱਲੇ ਨੇ ਬੇਨਤੀ ਕੀਤੀ, ਹੱਥ ਜੋੜ ਫਿਰ ਰਾਏ ਕੱਲਾ, ਇਸ ਤਰ੍ਹਾਂ ਕਿ ਗਿਆਵੇ ਅਰਜ ਸੁਣਾਵੇ। ਜਾਣੀ ਜਾਣ ਆਪ ਨੇ ਕਹਿਆ, ਜੜ ਤੁਰਕ ਦੀ ਜਾਵੇ ਰੱਬ ਪੁਟਾਵੇ। ਪਰ ਦਾਤਾ ਜੀ ਮੈਂ ਵੀ ਉਹ ਹਾਂ, ਪਿਆ ਤੌਖਲਾ ਖਾਵੇ ਦਿਲ ਡੁਰਾਵੇ। ਤੀਰ ਮੇਰੇ ਤੇ ਮੇਰ ਕਰੋ ਜੀ, ਜੇਕਰ ਮਨ ਨੂੰ ਭਾਵੇ ਮੂਲ ਨਾ ਧਾਵੇ। ਸਤਿਗੁਰੂ ਜੀ ਤੁਸੀਂ ਕਿਹਾ ਵੀ ਮੁਗਲਾਂ ਦੀ ਮੁਸਲਮਾਨਾਂ ਦੀ ਜੜ ਪੁੱਟੀ ਗਈ, ਤੇ ਸਤਿਗੁਰੂ ਜੀ ਮੈਂ ਵੀ ਤੇ ਮੁਸਲਮਾਨ ਹੀ ਹਾਂ, ਤਾਂ ਕਰਕੇ ਫਿਰ ਮੇਰੇ ਮਨ 'ਚ ਸ਼ੰਕਾ ਆਉਂਦਾ ਵੀ ਮੇਰਾ ਵੀ ਸਭ ਕੁਝ ਖਤਮ ਹੋ ਜਾਏਗਾ। ਤੇ ਸਤਿਗੁਰੂ ਨੇ ਬਚਨ ਕੀਤਾ, ਰਾਏ ਕੱਲੇ ਨੂੰ ਅਸੀਸ ਦਿੱਤੀ। ਗੁਰ ਬੋਲੇ ਤੂੰ ਚਿੰਤਾ ਨਾ ਕਰ, ਤੂੰ ਮੇਰਾ ਮੈਂ ਤੇਰਾ ਸਿਦਕੀ ਸ਼ੇਰਾ। ਤੈਨੂੰ ਨਹੀਂ ਅਸਰ ਕਰ ਸਕਦਾ, ਵਾਕ ਮੇਰੇ ਦਾ ਘੇਰਾ ਕਰ ਤੂੰ ਜੇਰਾ। ਆ ਲੈ ਤੇਗ ਨਿਸ਼ਾਨੀ ਮੇਰੀ, ਪੂਜੀ ਸਾਂਝ ਸਵੇਰਾ ਸੁਖ ਕੜੇਰਾ। ਤੀਰ ਜਦੋਂ ਤੱਕ ਮਨ ਸੀ ਇਸ ਨੂੰ, ਫੁੱਲ ਸੀ ਬੰਸ ਵਧੇਰਾ ਕਹਿਣਾ ਮੇਰਾ। ਮਹਾਰਾਜ ਨੇ ਕਿਹਾ ਤੂੰ ਨਾ ਡਰ, ਆ ਸਾਡੀ ਤੇਗ ਰੱਖ ਲਾ, ਸਵੇਰ ਸ਼ਾਮ ਇਹਦੀ ਪੂਜਾ ਕਰੀ। ਜਿੰਨਾ ਚਿਰ ਸੰਭਾਲ ਕਰੇਗਾ ਤੇਰਾ ਅੰਸ਼ ਵੰਸ਼ ਬਹੁਤ ਵਧੇ ਫੁੱਲੇਗਾ, ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਦੋਹਰਾ ਪੁੱਤਰਾਂ ਦਾ ਤੇ ਮਾਤ ਦਾ, ਸੁਣ ਮਾਹੀ ਤੋਂ ਹਾਲ। ਮਿਹਰ ਦਇਆ ਵਿੱਚ ਆਣ ਕੇ, ਬੋਲੇ ਦੀਨ ਦਿਆਲ।
ਓ ਮਾਹੀ ਤੂੰ ਮੇਰਾ ਮਾਹੀ, ਮੇਰਾ ਪਰਮ ਪਿਆਰਾ, ਆਖਦਾ ਤਾਰਾ। ਮੈਨੂੰ ਹੈ ਤੂੰ ਬਨ ਵਿਖਾਇਆ, ਖੂਨੀ ਅੱਜ ਨਜ਼ਾਰਾ ਨਵਾਂ ਨਿਆਰਾ। ਤੇਰੀ ਮੇਰੀ ਪ੍ਰੀਤ ਸਦਾ ਦੀ ਹੋ ਗਈ ਏ ਦਿਲਦਾਰਾ, ਯਾਦ ਸਹਾਰਾ। ਤੀਰ ਮੇਰੇ ਲਈ ਮਾਹੀ ਮੇਰੇ, ਕੰਮ ਕੀਤਾ ਤੂੰ ਭਾਰਾ, ਕਰਕੇ ਚਾਰਾ। ਇਸ ਤਰ੍ਹਾਂ ਇਹ ਖੂਨੀ ਝਾਕੀ, ਜਿਸ ਦਿਹਾੜੇ ਹੋਈ ਦੁਨੀਆ ਰੋਈ। ਜਿਸ ਵੀ ਸੁਣਿਆ ਰੱਜ ਕੇ ਰੋਇਆ, ਜਰ ਨਾ ਸਕਿਆ ਕੋਈ, ਵਰਿਆ ਸੋਈ। ਨਰਮ ਦਿਲਾਂ ਦੀਆਂ ਸੂਲਾਂ ਅੰਦਰ ਸੁਣ ਕੇ, ਜਿੰਦ ਪਰੋਈ ਆਖੇ ਲੋਈ। ਤੀਰ ਜਿਨ੍ਹਾਂ ਦੇ ਬੱਚੇ ਕੋਹੇ, ਦਰਗੇ ਲੈਣ ਨਾ ਢੋਈ, ਜ਼ਾਲਮ ਜੋਈ। ਭਾਵੇਂ ਹੱਦ ਜ਼ੁਲਮ ਦੀ ਹੋਈ, ਨੀਂਹ ਵਿੱਚ ਗਏ ਖਲਾਰੇ ਗੁਰੂ ਦੁਲਾਰੇ। ਭਾਵੇਂ ਤੇਗ ਦੋਹਾਂ ਤੇ ਚੱਲੀ, ਕਰ ਗਈ ਕਹਿਰੀ ਕਾਰੇ, ਸੀਸ ਉਤਾਰੇ। ਮਰ ਕੇ ਜਿੰਦਾ ਹੋਏ ਸਦਾ ਲਈ, ਮਰ ਕੇ ਜਿੰਦਾ ਹੋਏ ਸਦਾ ਲਈ, ਜੀਤੋ ਜੀ ਦੇ ਤਾਰੇ ਪਰਮ ਪਿਆਰੇ। ਤੀਰ ਦੇਸ਼ ਤੇ ਕੌਮ ਬਚਾ ਗਏ, ਹੋ ਕੇ ਸਦਕੇ ਵਾਰੇ ਫੁੱਲ ਹਜ਼ਾਰੇ। ਮਰ ਕੇ ਜਿੰਦਾ ਹੋਏ ਸਦਾ ਲਈ, ਜੀਤੋ ਜੀ ਦੇ ਤਾਰੇ ਪਰਮ ਪਿਆਰੇ। ਤੀਰ ਦੇਸ਼ ਤੇ ਕੌਮ ਬਚਾ ਗਏ, ਹੋ ਕੇ ਸਦਕੇ ਵਾਰੇ ਫੁੱਲ ਹਜ਼ਾਰੇ। ਇਸ ਤਰ੍ਹਾਂ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਇਤਿਹਾਸ ਆ, ਇਹ ਕਦੇ ਵੀ ਸਮਾਪਤ ਨਹੀਂ ਹੁੰਦਾ। ਅਸੀਂ ਕਹਿਣ ਵਾਲੇ ਸਮਾਪਤ ਹੋ ਜਾਂਦੇ ਹਾਂ, ਪਰ ਸਾਨੂੰ ਚਾਹੀਦਾ ਜਿੰਨੇ ਮਹਾਰਾਜ ਨੇ ਸਵਾਸ ਦਿੱਤੇ ਆ, ਅਸੀਂ ਉਹਨਾਂ ਨੂੰ ਆਪਣੇ ਲੇਖੇ ਲਾਈਏ, ਉਹਨਾਂ ਨੂੰ ਸਫਲਿਆਂ ਕਰੀਏ। ਰੱਬ ਨੇ ਪਤਾ ਨਹੀਂ ਕਦੋਂ ਆਵਾਜ਼ ਮਾਰ ਲੈਣੀ ਆ। ਅਸੀਂ ਗੁਰੂ ਜੀ ਦੇ ਗੁਣ ਗਾਉਂਦੇ ਰਹੀਏ, ਆਪਣੀ ਤਿਆਰੀ ਕਰਕੇ ਰੱਖੀਏ। ਇਹ ਤੋਂ ਅੱਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਾਂਹ ਜੱਟਪੁਰੇ ਤੋਂ ਅਗਾਂਹ ਚਲੇ ਜਾਂਦੇ ਆ। ਅਗਾਂਹ ਕਿੱਥੇ ਜਾਂਦੇ, ਕੀ ਹੁੰਦਾ, ਇਹ ਲੰਬੇਰੇ ਇਤਿਹਾਸ ਹਨ। ਸਤਿਗੁਰੂ ਜੀ ਕਿਰਪਾ ਕਰਨਗੇ, ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਸਮਾਂ ਮਿਲਿਆ, ਆਪਾਂ ਸਤਿਗੁਰੂ ਜੀ ਦੇ ਗੁਣ ਗਾਉਂਦੇ ਰਵਾਂਗੇ। ਅੱਜ ਨਾ ਇੱਥੇ ਜਗਰਾਤਾ ਹੋ ਰਿਹਾ ਸੀ ਪਿੰਡ 'ਚ, ਅਤੇ ਮੇਰੇ ਮਨ 'ਚ ਖਿਆਲ ਆਇਆ ਵੀ ਉਹ ਲੋਕ ਵੀ ਧੰਨ ਨੇ, ਸਾਰੀ ਰਾਤ ਹੀ ਜਾਗਦੇ ਰਹਿੰਦੇ ਨੇ। ਅਤੇ ਜੇ ਕਿਤੇ ਆਪਣੇ ਵੀ ਇੱਦਾਂ ਦਾ ਹੋਵੇ ਵੀ ਸਾਰੀ ਰਾਤ ਇਤਿਹਾਸ ਹੀ ਸੁਣਾਈ ਜਾਓ, 2-3 ਬੰਦੇ ਲੱਗੇ ਹੋਣ, ਸੰਗਤ ਬੈਠੀ ਹੋਵੇ, ਇੱਕ ਪੜ੍ਹੇ 1.5 ਘੰਟਾ, ਉਸ ਤੋਂ ਬਾਅਦ ਦੂਸਰਾ ਪੜ੍ਹੇ, ਮਹਾਰਾਜ ਦਾ ਸਾਰਾ ਇਤਿਹਾਸ ਪੜ੍ਹੀ ਜਾਓ। ਅਤੇ ਮਹਾਰਾਜ ਕਹਿੰਦੇ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਜਾਗਣਾ ਚੰਗਾ ਵਾ, ਜੇ ਪਰਮਾਤਮਾ ਦੀ ਕੀਰਤੀ ਕਰਦੇ ਜਾਗਦੇ ਰਹੀਏ। ਅਤੇ ਮੈਂ ਤਾਂ ਗੁਰੂ ਚਰਨਾਂ 'ਚ ਇਹੀ ਅਰਦਾਸ ਕਰਦਾ ਵੀ ਮਹਾਰਾਜ ਆਪਣਾ ਸਾਰਾ ਇਤਿਹਾਸ ਤੁਸੀਂ ਰਿਕਾਰਡ ਕਰਵਾ ਲਓ। ਇਹ ਯਾਦਾਂ ਰਹਿ ਜਾਂਦੀਆਂ, ਨਹੀਂ ਤਾਂ ਇੰਨੀਆਂ ਕਵੀਆਂ ਨੇ ਮਿਹਨਤਾਂ ਕੀਤੀਆਂ, ਅਸੀਂ ਪੜ੍ਹਦੇ ਹੀ ਨਹੀਂ। ਪਹਿਲਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਸਤਿਗੁਰੂ ਜੀ ਆਪਣੀ ਸਾਰੀ ਕਥਾ ਕਰਵਾ ਲਓ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ। ਉਹ ਮਹਾਰਾਜ ਨੇ ਕਰਵਾ ਲਈ। ਲਗਭਗ ਮੈਨੂੰ 10 ਕੁ ਸਾਲ ਦਾ ਸਮਾਂ ਲੱਗਾ, ਅਤੇ ਉਹ ਜਿਹੜੀ ਕਥਾ ਵਾ 650 ਘੰਟੇ ਦੀ ਆ, 650 ਘੰਟੇ ਦੀ, ਉਹ ਮਹਾਰਾਜ ਨੇ ਕਰਵਾ ਲਈ। ਹੁਣ ਮੇਰੇ ਮਨ 'ਚ ਫੁਰਨਾ ਆਉਂਦਾ ਵੀ ਮਹਾਰਾਜ ਆਪਣਾ ਸਾਰਾ ਇਤਿਹਾਸ ਰਿਕਾਰਡ ਕਰਾ ਲਓ। ਜਿਉਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਗੁਰੂ ਸਾਹਿਬ, ਮਹਾਰਾਜਾ ਰਣਜੀਤ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਸਾਰੇ ਸਾਡੇ ਜਿਹੜੇ ਸ਼ਹੀਦ ਹੋਏ ਆ, ਮਹਾਰਾਜ ਉਹਨਾਂ ਸਾਰਿਆਂ ਨੇ ਕਿੱਦਾਂ ਕੁਰਬਾਨੀਆਂ ਕੀਤੀਆਂ, ਕਿੱਦਾਂ ਕੌਮ ਤੋਂ ਆਪਣੀਆਂ ਜਾਨਾਂ ਵਾਰੀਆਂ, ਕਿੱਦਾਂ ਖਾਲਸਾ ਰਾਜ ਬਣ ਗਿਆ, ਕਿੱਦਾਂ ਖਾਲਸਾ ਰਾਜ ਖਤਮ ਹੋ ਗਿਆ। ਇਹ ਜਿਹੜੀਆਂ ਲਿਖਤਾਂ ਨੇ ਨਾ, ਹੌਲੀ ਹੌਲੀ ਸਾਡੇ 'ਚੋਂ ਅਲੋਪ ਹੁੰਦੀਆਂ ਜਾਂਦੀਆਂ। ਕਈ ਗ੍ਰੰਥ ਆ ਤੇ ਉਹ ਛਪੇ ਸੀ, ਪਰ ਹੁਣ ਖਤਮ ਹੋ ਗਏ, ਮਿਲਦੇ ਹੀ ਨਹੀਂ। ਅਤੇ ਜੇ ਅਸੀਂ ਨਾ ਪੜ੍ਹੇ, ਉਹ ਸਮਾਪਤ ਹੋ ਜਾਣੇ ਨੇ। ਜਿਵੇਂ ਮੈਂ ਨਾਲ ਆਪ ਸੰਗਤ ਨੇ ਵੀ ਬੇਨਤੀ ਕਰਾਂ, ਜਿਵੇਂ ਅੱਜ ਮਹਾਰਾਜ ਦੇ ਲੜੀਵਾਰ ਸਰੂਪ ਦਾ ਪ੍ਰਕਾਸ਼ ਹੋਇਆ, ਹੌਲੀ ਹੌਲੀ ਕਰਕੇ ਪਿੰਡਾਂ 'ਚੋਂ ਲੜੀਵਾਰ ਸਰੂਪ ਜਿਹੜੇ ਅਲੋਪ ਹੁੰਦੇ ਜਾ ਰਹੇ ਆ। ਇੱਕ ਸਾਜ਼ਿਸ਼ ਦੇ ਤਹਿਤ ਮਹਾਰਾਜ ਦੇ ਚੰਗੇ ਭਲੇ ਸਰੂਪਾਂ ਦਾ ਸੰਸਕਾਰ ਵੀ ਕਰੀ ਜਾਂਦੇ ਆ, ਲੜੀਵਾਰ ਸਰੂਪਾਂ ਦਾ।
ਤੇ ਤਾਂ ਕਿ ਇਹ ਕੌਮ ਭੁੱਲ ਹੀ ਜਾਵੇ ਵੀ ਸਾਡਾ ਵਿਰਸਾ ਕੀ ਸੀ। ਤੇ ਇਸ ਤਰ੍ਹਾਂ ਇਹ ਜਿਹੜੇ ਸਰੂਪ ਆ, ਇਹ ਭਾਵੇਂ ਸਰੂਪ ਬਿਰਧ ਹੋ ਜਾਣ ਤਾਂ ਵੀ ਇਹਨਾਂ ਨੂੰ ਸੰਭਾਲ ਕੇ ਰੱਖੋ। ਕੋਈ ਤੁਹਾਨੂੰ ਆਣ ਕੇ ਕਹੇ ਨਾ ਅਸੀਂ ਫਲਾਨੀ ਥਾਂ ਤੋਂ ਆਏ ਜੀ, ਗੱਡੀ ਲੈ ਕੇ ਆਏ ਜੀ, ਅਸੀਂ ਸਰੂਪਾਂ ਦੇ ਦਰਸ਼ਨ ਕਰਨੇ ਆ ਤੇ ਵਿਖਾਓ, ਤੇ ਉਹ ਕਹਿਣ ਜੀ ਤੁਹਾਡੇ ਫਲਾਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਿਰਧ ਹੋ ਗਿਆ ਵਾ, ਇਹ ਅਸੀਂ ਲੈ ਜਾਂਦੇ ਆ, ਇਹਦੇ ਵੰਡੇ ਤੁਹਾਨੂੰ ਨਵਾਂ ਦੇ ਜੀਏ। ਐਵੇਂ ਨਾ ਕਿਸੇ ਨੂੰ ਹਾਂ ਕਰ ਦਿਓ, ਬਾਅਦ 'ਚ ਸਰੂਪ ਨਹੀਂ ਲੱਭਣੇ ਲੜੀਵਾਰ। ਇਸ ਵਾਸਤੇ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਕਿ ਕਿਧਰੇ ਕੋਈ ਭੁੱਲਾ ਚੁੱਕਾ ਕਿਧਰੇ ਕੋਈ ਪੜ੍ਹ ਲਿਆ ਕਰੇ। ਮਹਾਰਾਜ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੇ ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ